स्वागत है पीटीसी न्यूज़ ਦੇ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਨਵਾਂ ਸਾਲ ਚੜ੍ਹਨ ਵਾਲਾ ਹੈ ਤੇ ਨਵੇਂ ਸਾਲ ਤੇ ਸਾਰੇ ਕੋਸ਼ਿਸ਼ਾਂ ਇਹ ਕਰਦੇ ਨੇ ਕਿ ਨਵੀਆਂ ਚੰਗੀਆਂ ਚੀਜ਼ਾਂ ਦੇਖਣ ਨੂੰ ਮਿਲਣ ਔਰ ਕੁਝ ਲੋਕ ਰੈਜ਼ੋਲੂਸ਼ਨ ਵੀ ਅਪਣਾਉਂਦੇ ਨੇ ਕਿ ਇਸ ਸਾਲ ਅਗਲੇ ਸਾਲ ਅਸੀਂ ਨਵਾਂ ਕੁਝ ਕਰਨਾ ਹੈ। ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਹੈ ਕਿ ਰੈਜ਼ੋਲੂਸ਼ਨ ਜਿਹੜਾ ਪਾਸ ਕੀਤਾ ਪੰਜਾਬ ਸਰਕਾਰ ਨੇ ਵੀ ਕੀਤਾ ਕਿ ਇਸ ਵਾਰ ਨਵਾਂ ਵਿੱਤੀ ਬੋਝ ਹੈ ਜਿਹੜਾ ਉਹ ਆਮ ਜਨਤਾ ਤੇ ਜ਼ਰੂਰ ਪਾਣਾ ਹੈ। ਨਵਾਂ ਸਾਲ ਚੜ੍ਹਦਿਆਂ ਹੀ ਕਿ ਤੁਹਾਨੂੰ ਬਿਜਲੀ ਦਾ ਝਟਕਾ ਜ਼ਰੂਰ ਲੱਗਣ ਵਾਲਾ ਹੈ ਕਿਉਂਕਿ 18ਵੀਂ ਵਾਰ ਬਿਜਲੀ ਦੇ ਰੇਟ ਵਧੇ ਨੇ। ਨੋਟ ਕਰ ਲਿਓ, ਪਿਛਲੇ 2.5 ਸਾਲਾਂ ਦੇ ਵਿੱਚ 18ਵੀਂ ਵਾਰ ਬਿਜਲੀ ਦੇ ਰੇਟ ਵਧੇ ਨੇ ਔਰ 30 ਪੈਸੇ ਪ੍ਰਤੀ यूनिट, ਕੋਈ ਛੋਟੀ ਮੋਟੀ ਨਹੀਂ, 30 पैसे प्रति यूनिट रेट ਵਧਾਉਣ ਜਾ ਰਹੀ है सरकार। और नाल ही जेकर सनती खेतर की गल करिए जिन्होंने वादा सीगा कि 5 रुपए फी यूनिट किया जाएगा, 29 पैसे फी यूनिट उन्हों का भी वादा होने जा रहा। हुण जदों एक पासे असीं कहने कि आर्थिक मंदहाली के दौर के विचों पंजाब गुजर रहा तो आर्थिक मंदहाली दूर किवें होएगी? शायद इन्हां छोटियां छोटियां गल्लां नाल ही दूर होएगी। इसे करके सरकार नूं या रैगूलेटरी कमीशन नूं मजबूरन ये रेट ਵਧਾਣੇ पै रहे हैं। फिर विरोधी धिरां फिर सरकार के दुआले हो जांदियां ने कि तुसीं लोकां ते वाधू बोझ क्यों पा रहे हो। ਜਾਂ ਤਾਂ ਇਹ ਹੋ ਸਕਦਾ ਕਿ ਪੰਜਾਬ ਆਰਥਿਕ ਮੰਦਹਾਲੀ ਦੇ ਵਿੱਚੋਂ ਗੁਜ਼ਰਦਾ ਰਹੇ, ਕਰਜ਼ੇ ਲੈਂਦਾ ਰਹੇ, ਜਾਂ ਇਹ ਹੋ ਸਕਦਾ ਕਿ ਛੋਟੇ-ਮੋਟੀਆਂ ਚੀਜ਼ਾਂ ਦੇ ਵਿੱਚ ਵਾਧਾ ਕਰਕੇ ਕਿਸੇ ਤਰੀਕੇ ਦੇ ਨਾਲ ਆਰਥਿਕ ਬੋਝ ਜਿਹੜਾ ਉਹ ਘਟਾਇਆ ਜਾਵੇ। 1490 ਕਰੋੜ ਰੁਪਈਆ ਆਰਥਿਕ ਬੋਝ ਹੈ ਜਿਹੜਾ ਉਹ ਲੋਕਾਂ ਤੇ ਪੈਣ ਵਾਲਾ ਹੈ। ਭਾਵੇਂ ਲੋਕਾਂ ਤੇ ਪਏਗਾ ਪਰ 1490 ਕਰੋੜ ਰੁਪਏ ਦਾ ਮਾਲੀਆ ਜਿਹੜਾ ਉਹ ਪੰਜਾਬ ਦੀ ਅਰਥਚਾਰਾ ਨੂੰ ਹੋਰ ਮਜ਼ਬੂਤ ਕਰੇਗਾ, ਇਹ ਸਰਕਾਰ ਦਾ ਦਾਅਵਾ ਹੈ। ਪਰ ਲੋਕ ਕਹਿੰਦੇ ਨੇ ਕਿ ਲਗਾਤਾਰ ਇਹ ਬੋਝ ਵੱਧਦਾ ਜਾ ਰਿਹਾ, ਭਾਵੇਂ ਉਹ ਪ੍ਰੋਫੈਸ਼ਨਲ ਟੈਕਸ ਦੇ ਰੂਪ ਦੇ ਵਿੱਚ ਸਾਡੇ ਤੇ ਪਾਇਆ। ਉਦੋਂ ਇਹ ਕਿਹਾ ਗਿਆ ਸੀਗਾ ਕਿ ਮੰਦਹਾਲੀ ਬਹੁਤ ਹੈ, ਇਸ ਕਰਕੇ ਦੇਣਾ ਪਏਗਾ। ਉਸ ਤੋਂ ਬਾਅਦ ਲਗਾਤਾਰ 18ਵੀਂ ਵਾਰ ਬਿਜਲੀ ਦੇ ਰੇਟ ਵਧੇ ਨੇ। ਅਜਿਹੇ ਦੇ ਵਿੱਚ ਸਿਰਫ ਤੇ ਸਿਰਫ ਜਿਹੜੀ ਮਾਰ ਹੈ ਉਹ ਆਮ ਜਨਤਾ ਤੇ ਹੀ ਕਿਉਂ ਪਵੇ, ਬਾਕੀ ਕਿਸ ਤੇ ਕਿਉਂ ਨਾ ਪਵੇ। ਪਿੱਛੇ ਜੇ ਜਦੋਂ ਅਸੀਂ ਇੱਕ ਆਰਟੀਆਈ ਦਾ ਖੁਲਾਸਾ ਕੀਤਾ ਸੀਗਾ ਜਿਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਮਨਪ੍ਰੀਤ ਬਾਦਲ ਦੀ ਕੋਠੀ ਦੇ ਵਿੱਚ ਕਿੰਨੇ ਏਸੀ ਤੇ ਕਿੰਨੇ ਗੀਜ਼ਰ ਨੇ, ਉਦੋਂ ਬੜੀ ਤੂੰ ਮੈਂ ਹੋਈ ਕਿ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਜਦੋਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਫਿਰ 30 ਪੈਸੇ ਵਧਾਉਣ ਦੀ ਲੋੜ ਕਿਉਂ ਹੈ? ਇਹ ਵੀ ਛੋਟੀ ਜੀ ਚੀਜ਼ ਹੈ, ਇਹਦਾ ਅਸਰ ਆਮ ਜਨਤਾ ਤੇ ਬਹੁਤ ਵੱਡਾ ਪੈਂਦਾ ਹੈ। ਸ਼ਾਇਦ ਮੰਤਰੀਆਂ ਤੇ ਇਹਦਾ ਅਸਰ ਨਾ ਪਵੇ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਮਹਿਮਾਨਾਂ ਦੇ ਨਾਲ ਕਰਾ ਦਿੰਦੇ ਸਾਡੇ ਨਾਲ ਚਰਨਜੀਤ ਸਿੰਘ ਬਰਾੜ ਸਾਹਿਬ ਮੌਜੂਦ ਨੇ, ਬੁਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ। ਇਕਬਾਲ ਸਿੰਘ ਜੀ ਮੌਜੂਦ ਨੇ, ਬੁਲਾਰ ਨੇ ਆਮ ਆਦਮੀ ਪਾਰਟੀ ਦੇ। ਰਾਕੇਸ਼ ਅਗਰਵਾਲ ਸਾਹਿਬ ਸਕੱਤਰ ਨੇ ਡੇਰਾਬੱਸੀ ਇੰਡਸਟਰੀ ਦੇ। ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਨੇ। ਪ੍ਰਭਜੋਤ ਸਿੰਘ ਜੀ ਕਾਰਜਕਾਰੀ ਸੰਪਾਦਕ ਨੇ ਪੀਟੀਸੀ ਨਿਊਜ਼ ਦੇ। ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਕੋਈ ਕਾਂਗਰਸ ਦਾ ਜਾਂ ਸਰਕਾਰ ਦਾ ਬੁਲਾਰਾ ਆਵੇ ਜਿਹੜਾ ਸਾਨੂੰ ਦੱਸੇ ਕਿ ਇਹਦੇ ਪਿੱਛੇ ਤਰਕ ਕੀ ਹੈ। ਉਹ ਤਰਕ ਇਹ ਕਿਹਾ ਜਾਂਦਾ ਕਿ ਇਹ ਅਲੱਗ ਡਿਪਾਰਟਮੈਂਟ ਸੀ, ਇਹਦਾ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਹੁਣੇ ਮਨਪ੍ਰੀਤ ਬਾਦਲ ਹੋਰਾਂ ਦੀ ਸਟੇਟਮੈਂਟ ਮੈਂ ਪੜ੍ਹ ਕੇ ਆਇਆ ਕਿ ਉਹ ਅਦਾਰਾ ਵੱਖਰਾ, ਉਹਦੇ ਨਾਲ ਫਾਈਨੈਂਸ ਡਿਪਾਰਟਮੈਂਟ ਦਾ ਕੋਈ ਲੈਣਾ ਦੇਣਾ ਨਹੀਂ ਹੈ, ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜੇਕਰ ਉਹਨਾਂ ਨੇ ਰੇਟ ਵਧਾਏ ਨੇ ਤਾਂ ਉਹਨਾਂ ਦਾ ਮਹਿਕਮਾ ਜਿਹੜਾ ਉਹ ਘਾਟੇ ਦੇ ਵਿੱਚ ਜਾ ਰਿਹਾ, ਉਹ ਰੇਟ ਵਧਾਏ ਹੀ ਜਾਣੇ ਪੈਣੇ ਨੇ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸ਼ੁਰੂਆਤ ਮੈਂ ਅਗਰਵਾਲ ਸਾਹਿਬ ਤੁਹਾਡੇ ਤੋਂ ਕਰਦਾ। ਇੱਕ ਇੰਡਸਟਰੀਲਿਸਟ ਹੋਣ ਦੇ ਨਾਤੇ ਜਿਹੜਾ ਵਾਅਦਾ ਕੀਤਾ ਜਾ ਰਿਹਾ ਔਰ ਜਿਹੜਾ ਉਹਦੇ ਪਿੱਛੇ ਤਰਕ ਦਿੱਤਾ ਜਾ ਰਿਹਾ, ਕੀ ਉਸ ਦੇ ਨਾਲ ਤੁਸੀਂ ਸਹਿਮਤ ਹੋ ਕਿ ਜਿਵੇਂ ਜਿਵੇਂ ਮਹਿੰਗਾਈ ਵੱਧਦੀ ਹੈ, ਜਿਵੇਂ ਜਿਵੇਂ ਆਰਥਿਕ ਮੰਦਹਾਲੀ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਤਾਂ ਥੋੜੀਆਂ ਚੀਜ਼ਾਂ ਵਧਾਉਣੀਆਂ ਹੀ ਪੈਣੀਆਂ ਨੇ ਤਾਂ ਹੀ ਆਰਥਿਕ ਮੰਦਹਾਲੀ ਦੂਰ ਹੋਏਗੀ? ਨਹੀਂ ਜੀ, ਮੈਂ ਬਿਲਕੁਲ ਇਹਦੇ ਨਾਲ ਇਤਫਾਕ ਨਹੀਂ ਰੱਖਦਾ। ਉਹਦਾ ਮੈਂ ਤੁਹਾਨੂੰ ਕਾਰਨ ਦੱਸਦਾ ਜੀ। ਇਹਦੇ ਵਿੱਚ ਆਰਥਿਕ ਮੰਦਹਾਲੀ ਹੈ, ਉਹ ਹਰੇਕ ਬੰਦੇ ਨਾਲ ਹੈ, ਅਸੀਂ ਇਸ ਗੱਲ ਤੋਂ ਸਹਿਮਤੀ ਰੱਖਦੇ ਹਾਂ। ਪਰੰਤੂ ਜਦੋਂ ਅਸੀਂ ਕੋਈ ਵੀ ਇੰਡਸਟਰੀ ਚਲਾਉਂਦੇ ਹਾਂ ਤੇ ਜਦੋਂ ਆਰਥਿਕ ਮੰਦਹਾਲੀ ਹੁੰਦੀ ਆ ਤੇ ਸਾਨੂੰ ਆਪਣੀਆਂ ਪ੍ਰੋਡਕਟਸ ਦੇ ਰੇਟ ਘਟਾ ਕੇ ਹੀ ਮੰਦਹਾਲੀ ਨੂੰ ਦੂਰ ਕਰਨਾ ਪੈਂਦਾ। ਔਰ ਉਹ ਰੇਟ ਘਟਾਉਣ ਲਈ ਇਹ ਨਹੀਂ ਆ ਕਿ ਅਸੀਂ ਆਪਣਾ ਪ੍ਰੋਫਿਟ ਥੋੜਾ ਬਹੁਤ ਜ਼ਰੂਰ ਘਟਾਉਂਦੇ ਆ, ਪਰ ਅਸੀਂ ਆਪਣੀ ਐਫੀਸ਼ੀਐਂਸੀ ਵਧਾਉਂਦੇ ਆ। ਇਹ ਇੱਕ ਸਰਕਾਰ ਨੇ, ਚਾਹੇ ਸਰਕਾਰ ਕਹਿੰਦੀ ਹੈ ਇਹ ਸਾਡਾ ਅਦਾਰਾ ਨਹੀਂ ਹੈ, ਪਰ ਤੁਸੀਂ ਕਿਸੇ ਵੀ ਮੁਲਾਜ਼ਮ ਨੂੰ ਬਿਜਲੀ ਮਹਿਕਮੇ ਦੇ ਨੂੰ ਪੁੱਛ ਲਓ, ਕਹੂਗਾ ਮੈਂ ਸਰਕਾਰੀ ਮੁਲਾਜ਼ਮ ਹੀ ਹੈ, ਉਹ ਸਰਕਾਰੀ ਅਦਾਰਾ ਹੀ ਹੈ। ਕਿਤਾਬਾਂ 'ਚ ਜੋ ਮਰਜ਼ੀ ਅਸੀਂ ਉਹਨੂੰ ਕਹਿ ਦਈਏ। ਇਹਨਾਂ ਨੇ ਇੱਕ ਸੌਖਾ ਤਰੀਕਾ ਬਣਾ ਲਿਆ ਕਿ ਜਦੋਂ ਵੀ ਹਰ ਸਾਲ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਨੂੰ ਇਹ ਆਪਣੀ ARR ਪੇਸ਼ ਕਰਦੇ ਆ ਤੇ ਇਹ ਕਹਿ ਦਿੰਦੇ ਨੇ ਜੀ ਸਾਡੇ ਇੰਨੇ ਖਰਚੇ ਲੇਬਰ ਦੇ ਵੱਧ ਗਏ, ਇੰਨੇ ਖਰਚੇ ਸਾਡੇ ਸਟਾਫ ਦੇ ਵੱਧ ਗਏ, ਇੰਨੇ ਸਾਡੇ ਸਾਰੀਆਂ ਚੀਜ਼ਾਂ ਦੇ ਵੱਧ ਗਏ। ਤੇ ਅਸੀਂ ਜਦੋਂ ਆਪਣੇ ਸਨਅਤਕਾਰਾਂ ਨੂੰ, ਆਪਣੇ ਵਰਕਰਾਂ ਦੀ ਤਨਖਾਹ ਵਧਾਉਂਦੇ ਹਾਂ ਤੇ ਅਸੀਂ ਉਹਦੇ ਨਾਲ ਪ੍ਰਪੋਰਸ਼ਨੇਟ ਕਰਦੇ ਹਾਂ ਕਿ ਉਹਨਾਂ ਦੀ ਐਫੀਸ਼ੀਐਂਸੀ ਵੀ ਵਧੇ। ਤੇ ਜੇ ਉਹਨਾਂ ਨੇ ਐਫੀਸ਼ੀਐਂਸੀ ਨਹੀਂ ਵਧਾਣੀ ਤੇ ਇਹਦਾ ਤਾਂ ਇੱਕ ਐਂਡਲੈਸ ਪ੍ਰੋਸੈਸ ਆ, ਇਹ ਕਿਤੇ ਵੀ ਚੇਨ ਟੁੱਟਣੀ ਨਹੀਂ। ਤੁਹਾਨੂੰ ਐਫੀਸ਼ੀਐਂਸੀ ਲੱਗਦੀ ਨਹੀਂ ਕਿ ਰੈਗੂਲੇਟਰੀ ਕਮਿਸ਼ਨ ਦੀ ਜਾਂ ਬਿਜਲੀ ਬੋਰਡ ਦੀ ਵਧੀ ਲੱਗਦੀ ਨਹੀਂ ਕਿਤੇ, ਕਿਹੜੇ ਪਾਸੋਂ, ਜਾਂ ਸਰਕਾਰ ਦੀ? ਦੇਖੋ, ਐਫੀਸ਼ੀਐਂਸੀ ਵਧਣ ਦਾ ਕੋਈ ਇੱਕ ਮਾਪਦੰਡ ਨਹੀਂ ਹੈਗਾ। ਮਾਪਦੰਡ ਸਿਰਫ ਇੱਕੋ ਆ ਕਿ ਮਹਿਕਮਾ ਕਿੰਨਾ ਬੋਝ ਪਾਸ ਆਨ ਕਰਦਾ, ਕਿੰਨਾ ਬੋਝ ਉਹ ਆਪਣੇ ਅੰਦਰ ਅਬਜ਼ੌਰਬ ਕਰਦਾ, ਇਹੀ ਇੱਕ ਮਾਪਦੰਡ ਆ। ਸਾਡੇ ਪ੍ਰਾਈਵੇਟ ਸੈਕਟਰ ਤੇ ਪਬਲਿਕ ਸੈਕਟਰ ਦੇ ਵਿੱਚ ਫਰਕ ਹੀ ਇਸ ਚੀਜ਼ ਦਾ ਹੈ ਕਿ ਪ੍ਰਾਈਵੇਟ ਸੈਕਟਰ ਇਹ ਕਹਿੰਦਾ ਵੀ ਜਿੰਨਾ ਵੀ ਬੋਝ ਵੱਧਦਾ ਜਾਂ ਜਿਹੜੀ ਚੀਜ਼ ਆ ਉਹਨੂੰ ਮੈਕਸਿਮਮ ਆਪਣੇ ਕੋਲੇ ਅਸੀਂ ਅਬਜ਼ੌਰਬ ਕਰੀਏ ਔਰ ਸਾਡੀ ਪ੍ਰੋਡਕਟ ਪ੍ਰਾਈਸ ਇਹ ਹੋਵੇ ਜਿਹੜੀ ਕਿ ਮਾਰਕੀਟ ਦੇ ਵਿੱਚ ਐਗਜ਼ਿਸਟਿੰਗ ਪ੍ਰੋਡਕਟ ਪ੍ਰਾਈਸਿਸ ਆ ਉਸ ਤੋਂ
ਘੱਟ ਹੋਵੇ। ਵੇਅਰ ਐਜ਼ ਕਿ ਇਹ ਅਦਾਰੇ ਇਸ ਤਰ੍ਹਾਂ ਸੋਚ ਲੈਂਦੇ ਆ ਕਿ ਚਲੋ ਜਿਹੜਾ ਖਰਚਾ ਵੱਧ ਗਿਆ ਉਹ ਸਾਰਾ ਪਾ ਦਿਓ ਉਹਨਾਂ ਤੇ, ਪਬਲਿਕ ਤੇ ਪਾ ਦਿਓ, ਇੰਡਸਟਰੀ ਤੇ ਪਾ ਦਿਓ। ਤੇ ਮੈਂ ਦੂਸਰੀ ਗੱਲ ਇੱਥੇ ਨਾਲ ਹੀ ਇਸ ਚੈਨਲ ਦੇ ਥਰੂ ਇਹ ਕਹਿਣਾ ਚਾਹੁੰਦਾ ਕਿ ਸਾਡੇ ਨਾਲ ਇੱਕ ਇਹ ਵਾਅਦਾ ਕੀਤਾ ਸੀ ਕਾਂਗਰਸ ਸਰਕਾਰ ਨੇ, ਕੈਪਟਨ ਸਾਹਿਬ ਦੀ ਸਰਕਾਰ ਨੇ, ਕਿ 5 ਰੁਪਏ ਤੋਂ ਵੱਧ ਜੋ ਵੀ ਚੀਜ਼ ਹੋਏਗੀ ਉਹ ਅਸੀਂ ਸਬਸਿਡੀ ਦੀ ਫਾਰਮ ਦੇ ਵਿੱਚ ਅਬਜ਼ੌਰਬ ਕਰਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਇੰਡਸਟਰੀ ਨੂੰ ਪ੍ਰਮੋਟ ਕਰਨਾ। ਔਰ ਉਹਦੇ ਵਿੱਚ ਇਨਵੈਸਟ ਪੰਜਾਬ ਤੇ ਇਹਦਾ ਮਤਲਬ ਇੱਕ ਦਿਖਾਵਾ ਹੋ ਜਾਏਗਾ ਜੇ ਸਾਡੇ ਤੇ ਇਹ ਦੁਬਾਰਾ ਬੋਝ ਪਾ ਦੇਣਾ ਹੈਗਾ। ਤੇ ਸਾਡੀ ਬੇਨਤੀ ਇਹ ਹੈ, ਅੱਜ ਦੀ ਤਰੀਕ 'ਚ ਅਗਰਵਾਲ ਸਾਹਿਬ ਕਿੰਨੇ ਰੁਪਏ ਫੀ ਯੂਨਿਟ ਪੈ ਰਹੀ ਇੰਡਸਟਰੀ? ਅੱਜ ਦੀ ਤਰੀਕ ਦੇ ਵਿੱਚ ਇਹ ਕਹਿਣ ਨੂੰ ਆ ਕਿ ਇਹ ਸਾਨੂੰ 5 ਰੁਪਏ ਬਿਜਲੀ ਦਿੰਦੇ ਆ, 20% ਇਹਦੇ ਤੇ ਲੋਡ ਕਰਦੇ ਆ ਜੀ ਦੂਸਰੇ ਟੈਕਸ, ਜਿਨ੍ਹਾਂ ਦਾ ਕੋਈ, ਜਿਸ ਤਰ੍ਹਾਂ GST ਦੇ ਵਿੱਚ ਸਾਨੂੰ ਉਹਨਾਂ ਦਾ ਕ੍ਰੈਡਿਟ ਮਿਲ ਜਾਂਦਾ। ਅਸੀਂ ਬਾਰ-ਬਾਰ ਕਹਿੰਦੇ ਆ ਵੀ ਇਹਦਾ ਸਾਨੂੰ ਕ੍ਰੈਡਿਟ ਦੇ ਦਿਓ ਤਾਂ ਕਿ ਇਹ ਕਾਸਕੇਡਿੰਗ ਦੇ ਵਿੱਚ ਡਿਲੂਟ ਹੋ ਜੇ, ਉਹ ਵੀ ਸਾਨੂੰ ਨਹੀਂ ਕਰਦੇ। ਉਸ ਤੋਂ ਬਾਅਦ ਸਾਨੂੰ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਨੇ 2 ਪਾਰਟ ਟੈਰਿਫ ਕੀਤੀ ਹੋਈ ਆ। ਉਹ 2 ਪਾਰਟ ਟੈਰਿਫ ਦੇ ਵਿੱਚ ਸਾਨੂੰ ਕੁਝ ਨਾ ਕੁਝ ਫਿਕਸਡ ਕਾਸਟ ਦੇਣੀ ਪੈਂਦੀ ਹੈ, ਪਲੱਸ ਜਿਹੜਾ ਕੋਲ ਪ੍ਰਾਈਸ ਵੇਰੀਏਸ਼ਨ ਆ ਉਹ ਵੀ ਸਾਡੇ ਤੇ ਪੈਂਦੀ ਆ। ਹੋਰ ਵੀ 1-2 ਵੇਰੀਏਸ਼ਨਸ ਨੇ ਜਿਨ੍ਹਾਂ ਨੂੰ ਇਹਨਾਂ ਨੇ ਵੇਰੀਏਬਲ ਕਾਸਟ ਦੇ ਵਿੱਚ ਸਾਡੇ ਤੇ ਪਾਉਂਦੇ ਆ। ਤੇ ਓਵਰਆਲ ਇਹ ਪੌਣੇ 7 ਰੁਪਏ ਦੇ ਕੋਲ ਅੱਜ ਦੀ ਡੇਟ 'ਚ ਹੀ ਪੈ ਰਹੀ ਆ। ਔਰ ਸਾਨੂੰ ਇਹ ਸਮਝ ਨਹੀਂ ਲੱਗ ਰਹੀ, ਪੰਜਾਬ ਕਿਸੇ ਵੇਲੇ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਸਟੇਟ ਮੰਨਿਆ ਜਾਂਦਾ ਸੀ, ਕਿਉਂਕਿ ਇੱਥੇ ਪਨ ਬਿਜਲੀ ਕਾਫੀ ਵੱਡੀ ਮਿਕਦਾਰ ਦੇ ਵਿੱਚ ਅਵੇਲੇਬਲ ਸੀ ਜਿਹਦੀ ਕੀ ਕਾਸਟ ਨਹੀਂ ਸੀ ਜ਼ਿਆਦਾ। ਪਰ ਅੱਜ ਇਹ ਬਾਕੀ ਸਟੇਟਾਂ ਨਾਲੋਂ ਕਾਫੀ ਪਿਛੜ ਗਿਆ ਹੈ। ਉਸ ਪਿਛੜੇਪਨ ਨੂੰ ਉਹ ਪੂਰਾ ਕਰਨ ਲਈ ਸਬਸਿਡੀ ਜ਼ਰੂਰ ਦੇ ਰਹੇ ਆ, ਪਰ ਕਾਸਟ ਨੂੰ ਰਿਡਿਊਸ ਕਰਨਾ, ਇਹ ਜਿੰਨੀ ਚਿਕਰ ਥੇਮ ਨਹੀਂ ਲਿੱਤਾ ਜਾ ਸਕੇਗਾ ਇਹਦੀ ਕੋਈ ਸੋਲੂਸ਼ਨ ਨਹੀਂ ਆਏਗੀ, ਕਿਉਂਕਿ ਸਬਸਿਡੀ ਦਾ ਬੋਝ ਓਵਰਆਲ ਫੇਰ ਘੁੰਮ ਕੇ ਸਾਡੇ ਤੇ ਹੀ ਆ ਜਾਣਾ, ਤੁਹਾਡੇ ਤੇ ਆ ਜਾਣਾ। ਚਲੋ ਮੈਂ ਨਹੀਂ ਦਊਂਗਾ, ਤੁਸੀਂ ਦੇ ਦਿਓਗੇ, ਉਹਦਾ ਤਾਂ ਕੋਈ ਫਰਕ ਨਹੀਂ ਹੈ। ਪ੍ਰੋਫੈਸਰ ਮਨਜੀਤ, ਉਹ ਤਾਂ ਇੱਕ ਟੈਂਪਰੇਰੀ ਸੋਲੂਸ਼ਨ ਆ ਜਿਹੜੀ ਇਹਨਾਂ ਨੇ ਕੱਢ ਕੇ ਦੇ ਦਿੱਤੀ ਆ। ਠੀਕ ਹੈ ਪ੍ਰੋਫੈਸਰ ਮਨਜੀਤ ਜੀ, ਕੰਜ਼ਿਊਮਰ ਦੇ ਨਾਂ ਤੇ ਮੈਂ ਪਹਿਲਾਂ ਗੱਲ ਕਰਨਾ ਚਾਹੁੰਦਾ। ਮੈਂ ਜਿਸ ਤਰ੍ਹਾਂ ਅਗਰਵਾਲ ਸਾਹਿਬ ਨੂੰ ਪਹਿਲਾਂ ਲਿਆ, ਮੈਂ ਮਨਜੀਤ ਸਿੰਘ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਦੋਂ ਵੀ ਅਸੀਂ ਇਹ ਦੇਖਦੇ ਹਾਂ ਕਿ ਕਿਸੇ ਸੂਬੇ ਦੇ ਵਿੱਚ ਬਹੁਤਾਤ ਦੀ ਕੋਈ ਮਾਤਰਾ ਹੋਵੇ ਤਾਂ ਸਾਨੂੰ ਇਹ ਲੱਗਦਾ ਹੈ ਕਿ ਜੇ ਬਹੁਤਾਤ ਦੇ ਵਿੱਚ ਹੈ ਤਾਂ ਸਾਨੂੰ ਇਹ ਸਸਤੀ ਮਿਲਣੀ ਚਾਹੀਦੀ ਹੈ। ਜਦੋਂ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਪੰਜਾਬ ਪਾਵਰ ਸਰਪਲਸ ਸਟੇਟ ਹੈਗੀ ਹੈ, ਵਾਧੂ ਬਿਜਲੀ ਹੈ, ਵਾਧੂ ਬਿਜਲੀ ਹੋਣ ਦੇ ਬਾਵਜੂਦ ਜੇ 18 ਵਾਰ ਰੇਟ ਵੱਧ ਜਾਣ 2-2.5 ਸਾਲਾਂ ਦੇ ਵਿੱਚ, ਤਾਂ ਫਿਰ ਆਪਣੇ ਆਪ ਦੇ ਵਿੱਚ ਅਚੰਭਾ, ਫਿਰ ਵਾਧੂ ਬਿਜਲੀ ਕਰਨੀ ਕੀ ਹੈ? ਜੇ ਤੁਸੀਂ ਕਹਿੰਦੇ ਹੋ ਕਿ ਬਾਹਰਲੇ ਸਟੇਟਾਂ ਨੂੰ ਅਸੀਂ ਦਿਆਂਗੇ, ਉਹਨਾਂ ਤੋਂ ਮੁਨਾਫਾ ਕਮਾਵਾਂਗੇ, ਉਹਦੀ ਬਜਾਏ ਤੁਸੀਂ ਆਪਣੇ ਸਟੇਟ ਦੇ ਲੋਕਾਂ ਤੇ ਮਾਰ ਰਹੇ ਹੋ। ਦੇਖੋ, ਕੁਝ ਚੀਜ਼ਾਂ ਨਾ ਬਿਲਕੁਲ ਹੀ ਮੁਨਾਫੇ ਨਹੀਂ ਲਈ ਹੁੰਦੀਆਂ ਸਰਕਾਰਾਂ ਲਈ, ਉਹ ਸਟੇਟ ਵੈਲਫੇਅਰ ਦਾ ਪਾਰਟ ਹੁੰਦੀਆਂ, ਔਰ ਓਵਰਆਲ ਜਿਹੜਾ ਵਿਕਾਸ ਦੇ ਮਾਡਲ ਨੂੰ ਕਿਵੇਂ ਕਾਮਯਾਬ ਕਰਨਾ ਉਹਦੇ ਲਈ ਹੁੰਦੀਆਂ। ਮੈਂ ਇੱਥੇ ਆਉਣ ਤੋਂ ਪਹਿਲਾਂ ਯੂਰਪ ਦੇ ਵਿੱਚ ਇਲੈਕਟ੍ਰਿਸਿਟੀ ਦਾ ਕੀ ਚਾਰਜਸ ਹੈ, ਕਿਵੇਂ ਉਹ ਕਰਦੇ ਆ, ਉੱਥੇ ਵੀ ਦੇਖਿਆ ਕਿ ਜਿਹੜੇ ਜਰਮਨੀ ਵਰਗੇ ਜਿਹੜੇ ਕੰਟਰੀ ਆ, ਉਹ ਭਾਵੇਂ ਡੋਮੈਸਟਿਕ ਨੂੰ ਜਿਹੜੇ ਆ ਕੰਜ਼ਿਊਮਰ ਉਹਨਾਂ ਨੂੰ ਤੇ ਜ਼ਿਆਦਾ ਰੇਟ ਲਾਉਂਦੇ ਆ, ਪਰ ਇੰਡਸਟਰੀ ਨੂੰ ਬਹੁਤ ਹੀ ਸਸਤੀ ਦਿੰਦੇ ਆ, ਤਾਂ ਕਿ ਕਿਉਂਕਿ ਉੱਥੇ ਵੀ ਇੰਡਸਟਰੀ ਕਾਫੀ ਹੈਗੀ ਆ। ਹੁਣ ਇਹ ਸਵਾਲ ਇੱਥੇ ਹੈਗਾ ਕਿ ਸਾਡੇ ਵੀ ਉਹਨਾਂ ਨੇ ਜਿਸ ਤਰ੍ਹਾਂ ਇਹ ਕਹਿ ਰਹੇ ਅਗਰਵਾਲ ਜੀ ਕਿ ਵਾਅਦਾ ਜ਼ਰੂਰ ਕੀਤਾ, ਪਰ ਹੁਣ ਉਹ ਇਸ ਤੋਂ ਬਾਅਦ ਤੋਂ 7 ਰੁਪਏ ਪਰ ਯੂਨਿਟ ਤੋਂ ਉੱਪਰ ਇੰਡਸਟਰੀ ਨੂੰ ਉਹ ਪਊਗੀ। ਇਹਦਾ ਮਤਲਬ ਇਹ ਹੈ ਕਿ ਇੰਡਸਟਰੀ ਜਿਹੜੀ ਪਹਿਲਾਂ ਬੜੀ ਘੱਟ ਆ ਉਹ ਹੋਰ ਥੱਲੇ ਜਾਊਗੀ। ਤੇ ਜੇ ਰਹੀ ਗੱਲ ਜਿਹੜੀ ਡੋਮੈਸਟਿਕ ਵਾਲੀ, ਮੈਂ ਬੜਾ ਹੈਰਾਨ ਹਾਂ ਹਰਪ੍ਰੀਤ, ਤੁਸੀਂ ਅੰਕੜੇ ਦੇਖ ਲਓ, ਸਾਡੇ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ, ਸਾਰਿਆਂ ਨਾਲੋਂ ਜਿਹੜਾ ਨਾਰਥ ਵੈਸਟ ਦਾ ਰੀਜਨ ਜਿੰਨਾ ਹੀ ਆ, ਕਿਤੇ ਰੇਟ ਹਾਈ ਹੈ। ਔਰ ਫਿਰ ਮੈਂ ਦੇਖ ਰਿਹਾ ਸੀ ਵੀ ਰੇਟ ਹਾਈ ਕਿਉਂ ਆ? ਉਹਦੇ 'ਚ ਮਿਊਨਿਸਪਲ ਟੈਕਸ ਹੈਗਾ, ਉਹਦੇ 'ਚ ਕੌਸੈਸ ਹੈਗਾ, ਉਹਦੇ 'ਚ ਸੋਸ਼ਲ ਸਿਕਿਉਰਿਟੀ ਚਾਰਜ, ਸਭ ਤੋਂ ਨਹੀਂ ਸਭ ਤੋਂ ਹੈਰਾਨੀ ਵਾਲੀ ਗੱਲ ਆ ਕਿ ਤੁਸੀਂ ਲੋਕਾਂ ਨੂੰ ਪਹਿਲਾਂ ਇਨਸਿਕਿਉਰ ਕਰੋ ਪੈਸੇ, ਮਤਲਬ ਸੋਸ਼ਲ, ਇਹ ਵੀ ਤਾਂ ਪਾਰਟ ਹੋਣਾ ਚਾਹੀਦਾ ਨਾ। ਭਾਵੇਂ ਉਹ ਪਾਣੀ ਆ, ਭਾਵੇਂ ਉਹ ਬਿਜਲੀ ਆ, ਭਾਵੇਂ ਰੋਟੀ ਪਾਣੀ ਹੁੰਦਾ, ਭਾਵੇਂ ਪੜ੍ਹਾਈ ਆ, ਭਾਵੇਂ ਸਿਹਤ ਆ, ਇਹ ਸਾਰਾ ਕੰਮ ਹਾਈਲੀ ਸਬਸਿਡਾਈਜ਼ਡ ਪਬਲਿਕ ਨੂੰ ਦਿੱਤਾ ਜਾਂਦਾ, ਕਿਉਂਕਿ ਪਬਲਿਕ ਦੇ ਲਈ ਹੀ ਸਰਕਾਰਾਂ, ਸਾਡੀ ਵੀ ਸਟੇਟ ਵੈਲਫੇਅਰ ਸਟੇਟ ਹੈਗੀ ਆ। ਇਹ ਕੁਝ ਭਾਵੇਂ ਕਿ ਕਨਸਟੀਟਿਊਸ਼ਨ ਤੇ ਸੋਸ਼ਲਿਸਟਿਕ ਪੈਟਰਨ ਵੀ ਲਿਖਿਆ ਹੋਇਆ, ਉਹ ਤਾਂ ਤੁਸੀਂ ਛੱਡ ਦਿਓ, ਬਹੁਤ ਦੂਰ ਦੀਆਂ ਗੱਲਾਂ, ਸਾਰਾ ਪਬਲਿਕ ਸੈਕਟਰ ਵੇਚਣ ਤੇ ਲਾਇਆ ਆ, ਸੈਕਟਰ ਤੋਂ ਲੈ ਕੇ ਥੱਲੇ ਤੱਕ। ਪਰ ਜਿੰਨਾ ਕੁ ਹੈਗਾ ਲੋਕਾਂ ਨੂੰ ਉਹ ਸਾਡਾ ਦੇਣਾ ਸਰਕਾਰ ਦਾ ਇਹ ਫਰਜ਼ ਬਣਦਾ, ਇਕੱਲਾ ਕਨਸਟੀਟਿਊਸ਼ਨ ਲਿਖਣ ਕਰਕੇ ਨਹੀਂ, ਇਹ ਵੈਸੇ ਵੀ ਜੇ ਤੁਸੀਂ ਇਹ ਮਾਡਲ ਚਲਾਉਣਾ, ਹੁਣ ਜਿਹੜਾ ਇਹ ਹਰਪ੍ਰੀਤ ਜਿਹੜਾ ਹੁਣ ਸਾਰਾ ਕ੍ਰਾਈਸਿਸ ਸਾਡਾ, ਵਨ ਆਫ ਦਾ ਰੀਜ਼ਨਸ ਇਹ ਆ ਕਿ ਸਾਡੀਆਂ ਸਰਕਾਰਾਂ, ਮਤਲਬ ਵਿੱਚੇ ਇਹ ਸਰਕਾਰ, ਹੋਰ ਸਰਕਾਰਾਂ ਵੀ ਦੇਸ਼ ਨੂੰ ਜਿਵੇਂ ਚਲਾ ਰਹੀਆਂ ਆ, ਉਹਦੇ ਵਿੱਚ ਕੰਜ਼ਿਊਮਰ ਦੇ ਉੱਤੇ ਇੰਨਾ ਨਾ ਬੋਝ ਪਾਇਆ। ਤੇਲ ਦਾ ਦੇਖੋ ਕਿੰਨਾ,
ਬਿਜਲੀ ਤੋਂ ਜੇ ਬਿਜਲੀ ਜ਼ਿਆਦਾ ਮਹਿੰਗੀ ਲੋਕ ਕੀ ਕਰਨਗੇ, ਡੀਜ਼ਲ ਬਾਲਣਗੇ, ਹੋਰ ਬਾਲਣਗੇ, ਉਹਦੇ ਨਾਲ ਵੀ ਮਹਿੰਗਾ। ਔਰ ਉਹਨੂੰ GST ਦੇ ਥੱਲੇ ਵੀ ਨਹੀਂ ਰੱਖਿਆ, ਖੁੱਲਾ ਪੈਸਾ ਉਹਦੇ ਤੋਂ ਸੈਂਟਰ ਵੀ ਬਣਾ ਰਿਹਾ, ਸਟੇਟਾਂ। ਸਾਡੇ ਪੰਜਾਬ ਦੇ ਵਿੱਚ ਤੇਲ ਦੇ ਉੱਤੇ ਵੀ ਕਾਫੀ ਜ਼ਿਆਦਾ ਚਾਰਜਸ ਆ ਕੰਪੇਅਰ ਟੂ ਅਦਰ ਸਟੇਟਸ। ਇਸ ਕਰਕੇ ਜੇ ਬਿਜਲੀ ਵੀ ਮਹਿੰਗੀ ਆ, ਪੈਟਰੋਲ ਵੀ ਮਹਿੰਗਾ, ਡੀਜ਼ਲ ਵੀ ਮਹਿੰਗਾ, ਇਹ ਫਿਊਲ ਹੈ, ਬੇਸਿਕਲੀ એનર્ਜੀ ਹੈਗੀ ਆ, ਤੇ ਫਿਰ ਤੁਸੀਂ ਕੀ ਕਰੋਗੇ ਲੋਕਾਂ ਨੂੰ? ਤੇ ਇਹ ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਦੂਜੀ ਜਿਹੜੀ ਗੱਲ ਹਰਪ੍ਰੀਤ ਕੌਸੈਸ ਜਾਂ ਇਹ ਹੈ, ਮੈਨੂੰ ਇਸ ਗੱਲ ਦੀ ਵੀ ਬੜੀ ਹੈਰਾਨੀ ਹੁੰਦੀ ਹੈ। ਤੁਹਾਨੂੰ ਪਤਾ ਕਿ ਸਾਡੇ ਵੈਸੇ ਤੇ ਬਹੁਤਾ 100 ਕਰੋੜ ਤੋਂ ਵੱਧ ਇਕੱਠਾ ਨਹੀਂ ਹੁੰਦਾ, ਪਰ 1 ਲੱਖ ਡੰਗਰ, ਮੈਨੂੰ ਗੱਲ ਖਤਮ ਕਰਨ ਦਿਓ, 1 ਲੱਖ ਅਵਾਰਾ ਡੰਗਰ ਫਿਰਦਾ ਤੇ 30 ਰੁਪਏ ਪਰ ਫੁੱਟ ਜਿਹੜਾ ਉਹਦਾ ਖਰਚਾ ਜਿਹੜਾ ਸਰਕਾਰ ਬੰਨ੍ਹਦੀ ਹੈ ਕਿ ਅਸੀਂ ਇਹਨਾਂ ਨੂੰ ਦਿਆਂਗੇ। ਜੇ ਉਹ ਸਾਰਿਆਂ ਨੂੰ ਸਾਂਭ ਸੰਭਾਲ ਕੇ ਰੱਖਣਾ ਹੋਵੇ ਤਾਂ ਮੈਂ ਕੈਲਕੂਲੇਟ ਕਰ ਰਿਹਾ ਸੀ 1000 ਕਰੋੜ ਤੋਂ ਵੱਧ ਉਹਨਾਂ ਦੇ ਖਾਣੇ ਫਾਡਰ ਤੇ ਚਾਰੇ ਪੱਠੇ ਤੇ ਆਊਗਾ, ਜਿਹੜੀਆਂ ਬਿਲਡਿੰਗਾਂ ਅਲੱਗ, ਜਿਹੜਾ ਇਲੈਕਟ੍ਰਿਸਿਟੀ ਦਾ ਚਾਰਜ ਅਲੱਗ, ਜਿਹੜੇ ਉਹਨਾਂ ਦੇ ਵਰਕਰ ਕੰਮ ਕਰਨਗੇ ਉਹਨਾਂ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹੋ ਜਿਹੇ ਸੈਸ ਤੁਸੀਂ ਦਾਰੂ ਤੇ ਵੀ ਇਹਦੇ ਤੇ 10 ਰੁਪਏ ਬੋਤਲ ਪਿੱਛੇ ਕੋ ਸੈਸ ਲਾਤਾ, ਗੱਡੀ ਤੇ ਵੀ ਲਾਇਆ ਹੈ, ਗੱਡੀ ਦੇ 1000 ਰੁਪਏ, 2 ਵੀਲਰ ਤੇ 500 ਰੁਪਏ, ਜੇ ਤੁਸੀਂ AC ਹਾਲ ਬੁੱਕ ਕਰਨਾ ਇਹਦੇ ਲਈ, ਵਿਆਹ ਸ਼ਾਦੀ ਲਈ, ਉਹ ਤੇ 1000 ਰੁਪਏ। ਸਾਡੇ ਪੰਜਾਬ ਦੇ ਵਿੱਚ ਇਹ ਦੇਖੋ, ਇਸ ਗੱਲ ਦਾ ਵੀ ਮਤਲਬ ਮੈਂ ਬਿਜਲੀ ਦੇ ਵਿੱਚ ਵੀ ਕੌਸੈਸ ਦੀ ਮੈਂ ਗੱਲ ਕਰ ਰਿਹਾ, ਇਸ ਕਰਕੇ ਐਡੇ ਵੱਡੇ ਪੱਧਰ ਤੇ ਕੌਸੈਸ ਸਾਨੂੰ ਪਤਾ ਨਹੀਂ। ਇੱਕ ਧਰਮ ਦੀ ਉਹ ਪੂਜਨੀਏ ਹੈਗੇ ਆ, ਉਹਨਾਂ ਨੂੰ ਲਾਓ, ਤੁਸੀਂ ਸਾਰਿਆਂ ਨੂੰ ਇਸ ਰਸਤੇ 'ਚ ਕਿਤੇ ਕਿਉਂ ਪ੍ਰਮੋਟ ਕਰ ਰਹੇ ਹੋ, ਕਿਉਂ ਬਣ ਰਹੇ ਆ? ਔਰ ਵੱਡੀ ਗੱਲ ਇਹ ਹੈ ਕਿ ਉਹ ਪੈਸਾ ਲੱਗਦਾ ਵੀ ਨਹੀਂ ਉੱਥੇ, ਨਾ ਲੱਗਦਾ ਨਹੀਂ, ਸੱਜੇ ਖੱਬੇ ਹੋ ਜਾਂਦਾ ਸਾਰਾ ਹੀ। ਚਲੋ ਮੈਂ ਅੱਗੇ ਜਾਣਾ, ਮੈਂ ਇਸ ਤੋਂ ਪਹਿਲਾਂ ਅੱਗੇ ਵਧਾਂ। ਬਰਾੜ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਅਸੀਂ ਅੱਜ ਵੀ, ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਕਾਂਗਰਸੀ ਬੁਲਾਰਾ, ਮੈਂ ਨਾਮ ਨਹੀਂ ਲੈਂਦਾ, ਉਹ ਕਹਿੰਦੇ ਜੀ ਜਿਹੜੇ ਪਿਛਲੀ ਸਰਕਾਰ ਕਰਾਰ ਕਰ ਗਈ ਹੈ ਨਾ, ਉਹਨਾਂ ਕਰਾਰਾਂ ਦਾ ਹੀ ਇਹ ਸਾਰਾ ਪੰਗਾ ਹੈਗਾ। ਇਸ ਕਰਕੇ ਅਸੀਂ ਉਹ ਨਾ ਤਾਂ ਕਰਾਰ ਭੰਗ ਕਰ ਸਕਦੇ ਹਾਂ, ਨਾ ਅਸੀਂ ਉਹਨਾਂ ਤੋਂ ਬਾਹਰ ਨਿਕਲ ਸਕਦੇ ਹਾਂ। ਇਸ ਕਰਕੇ ਜਿਹੜਾ ਬੋਝ ਹੈਗਾ, ਅਸੀਂ ਬਿਜਲੀ ਵਰਤੀਏ ਨਾ ਵਰਤੀਏ, ਜਿੰਨੇ ਤੁਸੀਂ ਕਰਾਰ ਕਰਕੇ ਗਏ ਹੋ, ਸਾਨੂੰ ਉਹਨਾਂ ਨੂੰ ਪੈਸੇ ਦੇਣੇ ਹੀ ਪੈਣੇ ਨੇ, ਇਸੇ ਕਰਕੇ ਰੇਟ ਵੱਧਦੇ ਨੇ। ਉਹ ਤਾਂ ਠੀਕ ਰਾ, ਹਾਲੇ ਵੀ ਤੁਹਾਡੇ ਸਿਰ ਤੇ ਪੰਦੇ ਨੇ। ਹਰਪ੍ਰੀਤ ਜੀ, ਮੇਰੀ ਬੇਨਤੀ ਹੈ ਕਿ ਉਹਨਾਂ ਦੇ ਸਾਲ ਪੁੱਗ ਜਾਣੇ ਹੈ ਔਰ ਠੀਕ ਰਾ ਉਹਨਾਂ ਨੇ ਭੁੰਨੀ ਜਾਣਾ ਤੇ ਲੋਕਾਂ ਨੇ ਰਿਜ਼ਲਟ ਜਿਹੜਾ ਆਪੇ ਦੇ ਦੇਣਾ। ਮੈਂ ਇੱਕ 17-18 ਦਾ ਬਿਜਲੀ ਬੋਰਡ ਦੀ RTI ਨਾਲ ਲੈ ਕੇ ਆਇਆ, ਮੈਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ, ਕਿਉਂਕਿ ਇੱਥੇ ਗੱਲਾਂ ਇਹੀ ਉੱਠਦੀਆਂ ਕਿ ਮਹਿੰਗੇ ਐਗਰੀਮੈਂਟ ਜੀ, ਮਹਿੰਗੇ ਐਗਰੀਮੈਂਟ। ਉਹਨਾਂ ਨੇ 17-18 ਦੀ ਜਿਹੜੀ ਪਰਚੇਜ਼ ਰੇਟ ਬਿਜਲੀ ਬੋਰਡ ਦਾ ਦੱਸਿਆ, ਸਾਰੀ ਬਿਜਲੀ ਦਾ ਜਿੰਨੀ ਪਰਚੇਜ਼ ਰੇਟ ਕਰਕੇ ਐਵਰੇਜ ਰੇਟ ਕੱਢਿਆ 4 ਰੁਪਏ ਤੇ 2 ਪੈਸੇ ਕੱਢਿਆ। ਇਹ ਪਰਚੇਜ਼ ਰੇਟ ਹੈ, ਮੈਂ ਤੁਹਾਨੂੰ ਵੀ ਦੇ ਦੂੰਗਾ, ਕਿਰਪਾ ਕਰਕੇ ਬਾਅਦ ਚ ਚਲਾਇਓ ਇਹਨੂੰ। ਜੇ ਨਾਲ ਹੀ ਉਹਦਾ ਮੰਗਿਆ ਵੀ 17-18 ਤੁਸੀਂ ਵੇਚੀ ਕਿੰਨੇ ਦੇ ਹਿਸਾਬ ਨਾਲ, ਉਹਨਾਂ ਨੇ ਲਿਖਿਆ ਹੈ ਦਾ ਕਾਸਟ ਆਫ ਪਾਵਰ ਡਿਸਟ੍ਰੀਬਿਊਸ਼ਨ 5 ਰੁਪਏ 95 ਪੈਸੇ। ਉਹ ਕਹਿੰਦੇ ਜਿਹੜੀ ਸਾਨੂੰ ਕਾਸਟ ਪੈਂਦੀ ਸੀ ਉੱਥੋਂ ਤੱਕ 4 ਰੁਪਏ 2 ਪੈਸੇ ਖਰੀਦ ਕੇ, ਬਾਕੀ ਦੇ ਖਰਚੇ ਤਨਖਾਹਾਂ, ਬਿਜਲੀ ਵੰਡ ਤੇ ਲਾਸਸ ਪਾ ਕੇ 5 ਰੁਪਏ 95 ਪੈਸੇ 'ਚ ਕਹਿੰਦੇ ਅਸੀਂ ਡਿਸਟ੍ਰੀਬਿਊਸ਼ਨ ਤੱਕ ਖਰਚਾ ਸਾਨੂੰ ਪੈ ਗਿਆ। ਅਸੀਂ ਸੇਲ ਆਫ ਪਾਵਰ ਜਿਹੜੀ ਕੀਤੀ ਹੈ 5 ਰੁਪਏ 92 ਪੈਸੇ। ਹੁਣ ਇੱਥੇ ਉਹ 5 ਰੁਪਏ 92 ਪੈਸੇ ਦੀ ਐਵਰੇਜ ਉਹਨਾਂ ਨੇ ਕੱਢ ਕੇ ਦੇਤੀ ਹੈ, ਪਤਾ ਨਹੀਂ ਵਿੱਚ ਐਗਰੀਕਲਚਰ ਲਾਈ ਹੈ ਕੀ ਲਾਈ ਹੈ। ਮੇਰੇ ਕਹਿਣ ਦਾ ਮਤਲਬ ਹੈ ਵੀ 4 ਰੁਪਏ 2 ਪੈਸੇ ਤੇ ਪਰਚੇਜ਼ ਕੀਤੀ ਹੈ 17-18 ਦੇ ਵਿੱਚ, ਤੇ 18-19 ਦੀ ਮੰਗੀ ਹੈ, 19-20 ਦੀ ਹਲੇ ਗਾਂਹ ਬਣਨੀ ਹੈ। ਇਸ ਕਰਕੇ ਇਸ ਕਿਸਮ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਜਿਹੜਾ ਉਹ ਗਲਤ ਹੈ। ਇੱਕ ਦੂਜੀ ਮੇਰੀ ਬੇਨਤੀ ਹੈ, ਪੰਜਾਬ ਸਾਡਾ ਸਾਂਝਾ ਸਾਰਿਆਂ ਦਾ, ਜੇ ਕੋਈ ਗਲਤ ਹੋਇਆ ਹੈ, ਸਾਡੇ ਵੇਲੇ ਵੀ ਜੇ ਕੋਈ ਗਲਤ ਹੋਇਆ ਤੇ ਕੈਬਨਿਟ ਪਈ ਹੈ, ਵਿਧਾਨ ਸਭਾ ਪਈ ਹੈ, ਕੋਈ ਹੋਰ ਕੋਈ ਏਜੰਸੀਆਂ ਪਈਆਂ ਹੋਣੀਆਂ ਜਿਹੜੇ ਇਨਕੁਆਇਰੀ ਕਰਕੇ ਜੇ ਠੀਕ ਕਰਨ ਵਾਲਾ ਤਾਂ ਠੀਕ ਕਰ ਲਓ, ਜਿਹਨੇ ਗਲਤ ਕੀਤਾ ਉਹਦੀ ਕੋਈ ਕਾਰਵਾਈ ਬਣਦੀ ਉਹ ਕਰ ਲਓ। ਇਸ ਕਰਕੇ ਐਗਜ਼ਿਟ ਦਾ ਕੋਈ ਕਲੌਜ਼ ਹੀ ਨਹੀਂ ਉਸ ਕਰਾਰ ਦੇ ਵਿੱਚ। ਨਹੀਂ ਕਦੇ ਕੋਈ ਅਰਬਾਂ ਰੁਪਏ ਲਾ ਕੇ ਉਹਨਾਂ ਨੇ ਪਲਾਂਟ ਲਾਇਆ ਦੇ ਵਿੱਚ। ਬਰਾੜ ਸਾਹਿਬ ਉਹ ਕਹਿੰਦੇ ਅਰਬਾਂ ਰੁਪਏ ਲਾ ਕੇ ਪਲਾਂਟ ਲਾਇਆ, ਉਹਨਾਂ ਦੀ ਪਹਿਲੀ ਸ਼ਰਤ ਇਹ ਸੀਗਾ ਕਿ ਕੋਈ ਐਗਜ਼ਿਟ ਦਾ ਕਲੌਜ਼ ਨਹੀਂ ਰੱਖਣਾ ਕਰਾਰ ਦੇ ਵਿੱਚ, ਨਹੀਂ ਤਾਂ ਫਿਰ ਸਾਡਾ ਅਰਬਾਂ ਰੁਪਏ ਡੁੱਬ ਜਾਏਗਾ। ਉਹੀ ਬੇਨਤੀ ਹੈ ਹਰਪ੍ਰੀਤ ਜੀ ਕਿ 60 ਸਾਲਾਂ 'ਚ 1947 ਤੋਂ ਲਾ ਕੇ 2007 ਤੱਕ 6201 ਮੈਗਾਵਾਟ ਬਿਜਲੀ ਪੈਦਾ ਹੁੰਦੀ ਸੀ ਪੰਜਾਬ 'ਚ, ਸਿਰਫ 6201 ਮੈਗਾਵਾਟ। ਅਗਲੇ ਅਸੀਂ 8-9 ਸਾਲਾਂ ਦੇ ਵਿੱਚ ਦੁੱਗਣੀ ਕਰਕੇ ਇਹਨੂੰ 6100 ਤੇ 91 ਮੈਗਾਵਾਟ ਹੋਰ ਜੋੜ ਕੇ 12392 ਮੈਗਾਵਾਟ ਤੇ ਲੈ ਕੇ ਗਏ ਆ। ਤੇ ਟੋਟਲ ਇਹਦੇ ਤੇ ਪੈਸਾ ਕਿੰਨਾ ਖਰਚ ਹੋਇਆ? 72320 ਕਰੋੜ ਰੁਪਏ। ਐਡੀ ਵੱਡੀ ਅਮਾਉਂਟ ਜੇ ਖਰਚ ਹੋਈ ਹੈ, ਉਹਨਾਂ ਨੇ ਕਰਾਰ ਤਾਂ ਕਰਨੇ ਸੀਗੇ, ਪਰ ਮੈਂ ਤਾਂ ਹੀ ਕਹਿਣਾ ਹੈ ਕਿ ਮੈਨੂੰ ਪਤਾ ਇਹਦੇ 'ਚ ਗਲਤ ਕੁਝ ਨਹੀਂ ਹੋਇਆ। ਗਲਤ ਕੀ ਹੈ ਕਿ ਇਹਨਾਂ ਦੀ ਸੋਚ ਗਲਤ ਹੈ। ਅੱਜ ਕੋਈ ਮੰਤਰੀ ਹੈ ਨਹੀਂਗਾ, ਮੁੱਖ ਮੰਤਰੀ ਤਾਂ ਵੈਸੇ ਛੁੱਟੀ ਤੇ ਗਏ ਹੋਏ ਆ, ਸਮਝ ਲਓ ਪੰਜਾਬ 'ਚ ਤਾਂ ਕਿਤੇ ਦਿਖਦੇ ਨਹੀਂਗੇ। ਕੋਈ ਮੰਤਰੀ ਨਹੀਂ, ਕੋਈ ਇਹਨਾਂ ਦਾ ਕਿਸੇ ਨਾਲ ਨੈਗੋਸ਼ੀਏਸ਼ਨ ਕਰਨ ਵਾਲਾ ਨਹੀਂ ਵੀ ਜੇ ਸਾਡੇ ਕੋਲੇ ਅੱਜ ਫਾਲਤੂ ਬਿਜਲੀ ਹੈ ਤੇ ਅਸੀਂ ਇਹਨੂੰ ਕਿਤੇ ਵੇਚੀਏ ਜਾਂ ਕਿਤੇ ਗਰਮੀਆਂ ਲਈ ਕਿਸੇ ਨੂੰ ਸਟੋਰ ਕਰਾ ਦਈਏ। ਪਿਛਲੇ ਦਿਨਾਂ ਦੇ ਵਿੱਚ ਆਇਆ ਸੀਗਾ CMD ਦਾ ਕਿ 350 ਕਰੋੜ ਰੁਪਏ ਦੀ ਅਸੀਂ ਆ 2-2.5 ਮਹੀਨੇ 'ਚ ਬਿਜਲੀ ਵੇਚੀ ਹੈ। ਇਸ ਕਰਕੇ ਹਾਲਾਤ ਇਹ ਹੈ ਹਰਪ੍ਰੀਤ ਜੀ, ਤੁਸੀਂ ਜਿਹੜੀ ਗੱਲ ਵੱਲ ਧਿਆਨ ਨਹੀਂ ਦਿੱਤਾ
ਅੱਜ ਮਹਾਰਾਸ਼ਟਰ ਦੇ ਵਿੱਚ 11.25 ਰੁਪਏ ਯੂਨਿਟ ਹੈ, ਵੈਸਟ ਬੰਗਾਲ ਦੇ ਵਿੱਚ 8 ਰੁਪਏ 80 ਯੂਨਿਟ ਹੈ, ਪੰਜਾਬ ਤੀਜੇ ਥਾਂ ਤੇ ਹੈਗਾ 8 ਰੁਪਏ 37 ਪੈਸੇ ਯੂਨਿਟ ਐਵਰੇਜ ਰੇਟ ਹੈ। ਇਹ ਜਿਹੜਾ ਰਹਿਸ਼ੀ ਜਿਹੜੇ ਲੋਕਾਂ ਨੂੰ ਪੈ ਰਿਹਾ ਐਵਰੇਜ ਰੇਟ। ਤੇ ਜਿਹੜਾ ਹੈਗਾ ਇੰਡਸਟਰੀ ਦਾ, ਜਿਵੇਂ ਮੇਰੇ ਇੰਡਸਟਰੀਅਲਿਸਟ ਵੀਰ ਨੇ ਦੱਸਿਆ 7 ਰੁਪਏ 5 ਪੈਸੇ ਤੋਂ ਲਾ ਕੇ 7 ਰੁਪਏ 85 ਪੈਸੇ ਪੈਂਦਾ ਹੈ। ਆ ਵੀ ਜਿਹੜਾ ਤੁਸੀਂ ਕਹਿੰਦੇ ਨਾ 30 ਪੈਸੇ ਨਹੀਂ, ਇਹ 36 ਪੈਸੇ ਵਧਣਾ ਹੈ। ਤੇ ਜਿਹੜੇ ਉਤਲੇ 6 ਪੈਸੇ ਆ ਸਰਕਾਰ ਦੀ ਸਿੱਧੀ ਜੇਬ 'ਚ ਜਾਣਾ ਹੈ। 6 ਪੈਸਿਆਂ ਦਾ ਮਤਲਬ ਤੁਸੀਂ ਅੰਦਾਜ਼ਾ ਲਾਓ ਕਿ 3-350 ਕਰੋੜ ਰੁਪਈਆ ਇਹਨਾਂ ਨੇ ਹੋਰ ਲੋਕ ਮਤਲਬ ਇਸ ਨੂੰ ਅਥਾਰਟੀ 'ਚ ਲਿਜਾ ਕੇ ਤੇ 3-350 ਕਰੋੜ ਰੁਪਈਆ ਹੋਰ ਕਮਾ ਲਿਆ। ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਸਰਕਾਰ ਦਾ ਖੱਬੇ ਹੱਥ ਨੂੰ ਸੱਜੇ ਦਾ ਨਹੀਂ ਪਤਾ ਤੇ ਸੱਜੇ ਦਾ ਖੱਬੇ ਨੂੰ ਨਹੀਂ ਪਤਾ। ਸਾਡੇ ਪਿੰਡਾਂ 'ਚ ਬੜੀ ਭੈੜੀ ਦੀ ਕਹਾਵਤ ਆ, ਟੀਵੀ 'ਤੇ ਤਾਂ ਬੋਲਣੀ ਵੀ ਨਹੀਂ ਉਹ ਚੰਗੀ ਲੱਗਦੀ। ਇਸ ਕਰਕੇ ਬੇਨਤੀ ਹੈ ਸਰਕਾਰ ਵਾਲਿਆਂ ਨੂੰ, ਜਿਨ੍ਹਾਂ ਨੇ ਐਡਾ ਵੱਡਾ ਮੈਂਡੇਟ ਲਿਆ, ਕਿਰਪਾ ਕਰਕੇ ਸਰਕਾਰ ਚਲਾਉਣ ਨੂੰ ਧਿਆਨ ਦੇਣ। ਪੰਜਾਬ ਦਾ ਜੇ ਕੋਈ ਨੁਕਸਾਨ ਹੁੰਦਾ ਤਾਂ ਸਾਡਾ ਸਾਰਿਆਂ ਦਾ ਨੁਕਸਾਨ ਹੁੰਦਾ। ਅੱਛਾ ਚਲੋ ਬਰਾੜ ਸਾਹਿਬ ਇੱਕ ਹੋਰ ਗੱਲ ਦੱਸੋ। ਮੈਂ ਸ਼ੁਰੂਆਤ ਦੇ ਵਿੱਚ ਜਿਹੜੀ ਗੱਲ ਕਹੀ ਸੀ, ਪਿਛਲੇ ਹਫਤੇ ਮੈਂ ਡਿਬੇਟ ਕੀਤੀ ਸੀ ਕਿ ਪੰਜਾਬ ਦਾ ਅਰਥਚਾਰਾ ਬੜਾ ਡੁੱਬਿਆ ਹੋਇਆ ਔਰ ਅਰਥਚਾਰਾ ਬਚੇਗਾ ਕਿਵੇਂ, ਤਾਂ ਉਹਦੇ ਵਿੱਚ ਨਿਕਲ ਕੇ ਗੱਲ ਇਹ ਆਈ ਸੀ ਕਿ ਛੋਟੇ ਛੋਟੇ ਟੈਕਸ ਨੇ ਜਿਹੜੇ ਉਹ ਸਰਕਾਰ ਨੂੰ ਲਾਣੇ ਪੈਣੇ ਨੇ। ਮਾਲੀਆ ਵਧਾਉਣ ਦੇ ਲਈ ਜਿਹੜੇ ਵੀ ਡਿਪਾਰਟਮੈਂਟ ਨੇ ਉਹਨਾਂ ਨੂੰ ਵਧਾਉਣ ਲਈ ਕੋਈ ਨਾ ਕੁਝ ਕਰਨਾ ਪੈਣਾ। ਜੇਕਰ ਇਹ 30 ਪੈਸੇ 29 ਪੈਸੇ ਫੀ ਯੂਨਿਟ ਵੱਧ ਜਾਂਦੇ ਨੇ, ਅਰਥਚਾਰਾ ਤਾਂ ਠੀਕ ਹੋ ਜਾਊਗਾ ਪੰਜਾਬ ਦਾ। ਮੇਰੀ ਇਹ ਬੇਨਤੀ ਹੈ ਕਿ ਲਗਭਗ 2 ਰੁਪਏ ਪ੍ਰਤੀ ਯੂਨਿਟ ਇਹਨਾਂ ਨੇ ਰੇਟ ਵਧਾ ਲਿਆ ਬਿਜਲੀ ਦਾ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ। 18 ਵਾਰੀ ਤੁਸੀਂ ਗਿਣਾਤਾ 2 ਰੁਪਏ ਪ੍ਰਤੀ ਯੂਨਿਟ ਰੇਟ ਵਧਾਤਾ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ। ਦੂਜੀ ਗੱਲ, ਹਰਪ੍ਰੀਤ ਜੀ, ਜੇ ਨੀਅਤ ਸਾਫ਼ ਹੋਵੇ ਨਾ ਤੇ ਬਹੁਤ ਕੁਝ ਹੋ ਸਕਦਾ। ਅੱਜ ਐਕਸਾਈਜ਼ ਦੇ ਵਿੱਚ, ਸ਼ਰਾਬ ਦੇ ਵਿੱਚ, ਸਾਰੀ 2 ਨੰਬਰ ਦੀ ਸ਼ਰਾਬ ਵਿਕਣ ਕਰਕੇ 1200 ਕਰੋੜ ਰੁਪਇਆ ਪੰਜਾਬ ਨੂੰ ਘਾਟਾ ਪੈ ਰਿਹਾ। ਇੱਕ ਗੱਲ, ਨੌਨ ਟੈਕਸ ਰੈਵਨਿਊ 6500 ਕਰੋੜ ਦਾ ਟੀਚਾ ਸੀ, 30 ਨਵੰਬਰ ਤੱਕ ਕੁੱਲ 1500 ਕਰੋੜ ਰੁਪਇਆ ਇਕੱਠਾ ਹੋਇਆ। ਇਸ ਕਰਕੇ ਇਹਨੂੰ ਛੱਡ ਦਿਓ। ਟੈਕਸ ਤੁਸੀਂ ਪਹਿਲਾਂ ਵੀ ਲਾਏ ਹੈ, ਜਿਹੜਾ ਤੁਸੀਂ 1% ਡਿਵੈਲਪਮੈਂਟ ਚਾਰਜ ਲਾਇਆ, 1% ਮਾਰਕੀਟ ਫੀਸ ਲਾਈ, 1800 ਕਰੋੜ ਰੁਪਇਆ ਸਾਲ ਦਾ ਕਿਸਾਨਾਂ ਦੇ ਉੱਤੇ ਤੁਸੀਂ ਪਹਿਲਾਂ ਬੋਝ ਪਾਤਾ। 5400 ਕਰੋੜ ਤੁਸੀਂ ਜੇਬਾਂ ਚੋਂ ਕੱਢ ਚੁੱਕੇ ਹੋ। 4 ਵਾਰ ਤੁਸੀਂ ਬੱਸਾਂ ਦਾ ਕਿਰਾਇਆ ਵਧਾ ਚੁੱਕੇ ਹੋ। ਡੀਜ਼ਲ ਪੈਟਰੋਲ ਤੇ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਿਹਾ ਸੀ ਮੈਂ 5 ਰੁਪਏ ਰੇਟ ਘਟਾਊਂਗਾ, ਉਹ ਤੁਸੀਂ ਘਟਾ ਨਹੀਂ ਰਹੇ ਹੋ। 200 ਰੁਪਇਆ ਆ ਜਿਹੜੇ ਸਾਹਮਣੇ ਕੈਮਰਾਮੈਨ ਖੜੇ ਆ ਪੰਜਾਬ 'ਚ ਹੈਗੇ ਆ, ਜੇ ਕੋਈ ਇਨਕਮ ਟੈਕਸ ਭਰਦਾ 2400 ਰੁਪਇਆ ਇਹਨਾਂ ਦੀ ਜੇਬ 'ਚੋਂ ਵੀ ਕੱਢ ਲਿਆ। ਤੇ ਆ ਜਿਹੜੇ ਹੁਣ ਹਰੇਕ ਨੂੰ ਪੈਣਾ 75 ਲੱਖ ਮੀਟਰ ਹੈ ਸਾਡੇ ਪੰਜਾਬ ਦੇ ਵਿੱਚ, 75 ਲੱਖ ਦੇ ਉੱਤੇ ਬੋਝ ਪੈਣਾ, ਪੰਜਾਬ ਦੇ ਹਰੇਕ ਨਿਵਾਸੀ ਤੇ ਬੋਝ ਪੈਣਾ। ਇਸ ਕਰਕੇ ਨੀਅਤ ਦੇ ਵਿੱਚ ਖੋਟ ਹੈ। ਚੌਤਰਫਾ ਸਰਕਾਰ ਜਿਹੜੀ ਹੈ, ਸਰਕਾਰ ਦੇ ਨੁਮਾਇੰਦੇ ਜਿਹੜੇ ਲੁੱਟਣ ਤੇ ਲੱਗੇ ਆ ਤੇ ਖਜ਼ਾਨਾ ਤਾਂ ਭਰਨ ਦਾ ਕੋਈ ਨਾਂ ਹੀ ਨਹੀਂ ਲੈ ਰਿਹਾ। ਚਲੋ ਠੀਕ ਹੈ, ਇਹ ਅੰਕੜੇ ਖੁਦ ਵਿੱਤ ਮੰਤਰੀ ਸਾਹਿਬ ਹੀ ਜਾਰੀ ਕਰ ਰਹੇ ਆ, ਕਿਉਂਕਿ ਉਹਨਾਂ ਦੀ ਹੁਣ ਦਿਨੋਂ ਦਿਨ ਫਜ਼ੀਅਤ ਹੋ ਰਹੀ ਹੈ ਤੇ ਉਹ ਜਾਰੀ ਕਰ ਰਹੇ ਆ ਵੀ ਫਲਾਨਾ ਟੈਕਸ ਘਟ ਰਿਹਾ, ਫਲਾਨਾ ਘਟ ਰਿਹਾ, ਤੇ ਸਰਕਾਰ ਦੇ ਨੁਮਾਇੰਦੇ ਚੋਰੀ ਕਰ ਰਹੇ ਆ। ਠੀਕ ਹੈ, ਕਿਉਂਕਿ ਪਿੱਛੇ ਜੇ ਵੀ ਆਇਆ ਸੀਗਾ, ਇੱਕ ਗੱਲ ਹੋਰ ਧਿਆਨ ਦੇ ਵਿੱਚ ਲਿਆ ਦੀਏ ਕਿ ਸਰਕਾਰ ਦੇ ਬੜੇ ਸਾਰੇ ਅਦਾਰੇ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਕਰੋੜਾਂ ਰੁਪਏ ਦੀਆਂ ਅਦਾਇਗੀਆਂ ਰੁਕੀਆਂ ਹੋਈਆਂ ਨੇ। ਜੇਕਰ ਤੁਸੀਂ ਆਪਣਾ ਬਿਜਲੀ ਦਾ ਬਿੱਲ 2 ਮਹੀਨੇ ਨਾ ਭਰੋ, ਤੀਜੇ ਮਹੀਨੇ ਤੁਹਾਡਾ ਬਿਜਲੀ ਦਾ ਮੀਟਰ ਪੱਟ ਕੇ ਨਾਲ ਲੈ ਜਾਂਦੇ ਨੇ, ਕਹਿੰਦੇ ਨੇ ਪੈਸੇ ਭਰੋ ਫਿਰ ਦੇਾਂਗੇ। ਕਰੋੜਾਂ ਰੁਪਏ ਦੀਆਂ ਅਦਾਇਗੀਆਂ ਹਲੇ ਵੀ ਐਸਐਸਪੀ ਦਫ਼ਤਰ, ਡੀਸੀ ਦਫ਼ਤਰ, ਇੱਥੋਂ ਤੱਕ ਕਿ ਰੈਜ਼ੀਡੈਂਸ ਦੇ ਵੀ ਜਿਹੜੇ ਨੇ ਉਹ ਬਕਾਇਆ ਖੜੇ ਨੇ। ਭਾਵੇਂ ਦਫ਼ਤਰਾਂ ਦੇ ਪੈਸੇ ਸਰਕਾਰੀ ਨੇ, ਪਰ ਜਿਹੜੀਆਂ ਰਿਹਾਇਸ਼ਾਂ ਨੇ, ਰਿਹਾਇਸ਼ਾਂ ਦੇ ਪੈਸੇ ਅਫਸਰਾਂ ਨੇ ਖੁਦ ਦੇਣੇ ਨੇ। ਉਹਨਾਂ ਦੇ ਸਾਲ-ਸਾਲ 2-2 ਸਾਲ ਬਿਜਲੀ ਦੇ ਬਿੱਲ ਨਾ ਭਰੇ ਜਾਣ ਤੇ ਮੀਟਰ ਨਹੀਂ ਕੱਟੇ ਜਾਂਦੇ। ਤੁਹਾਡਾ 2 ਮਹੀਨੇ ਤੋਂ ਬਾਅਦ ਮੀਟਰ ਕੱਟਿਆ ਜਾਏਗਾ, ਫਿਰ ਤੁਸੀਂ ਅੰਦਾਜ਼ਾ ਲਾਓ ਫਿਰ ਇਹ ਬੋਝ ਕਿਹਦੇ ਤੇ ਪੈ ਰਿਹਾ। ਰੈਗੂਲੇਟਰੀ ਕਮਿਸ਼ਨ ਨੇ ਵੀ ਪੈਸਾ ਕਿਤੋਂ ਕਿਤੋਂ ਤਾਂ ਪੂਰਾ ਕਰਨਾ ਹੀ ਹੈ। ਇਕਬਾਲ ਸਿੰਘ ਜੀ, ਜਿਹੜਾ ਮੈਂ ਸਵਾਲ ਇਹਨਾਂ ਤੋਂ ਪੁੱਛਿਆ ਸੀਗਾ ਬਰਾੜ ਸਾਹਿਬ ਤੋਂ, ਉਹੀ ਉਹ ਸਵਾਲ, ਕਈ ਸਵਾਲ ਤੁਹਾਡੇ ਆਗੂ ਔਰ ਤੁਹਾਡੇ ਲੀਡਰ ਵੀ ਕਹਿੰਦੇ ਨੇ ਕਿ ਜਿਹੜੇ ਕਰਾਰ ਨੇ ਉਹ ਗਲਤ ਹੋਏ ਨੇ, ਸਰਕਾਰ ਵੀ ਉਹਨਾਂ ਦੇ ਨਾਲ, ਜਿਹੜੀ ਮੌਜੂਦਾ ਸਰਕਾਰ ਹੈ ਉਹ ਵੀ ਉਹਨਾਂ ਨਾਲ ਮਿਲ ਗਈ ਹੈ, ਇਸ ਕਰਕੇ ਇਹ ਸਭ ਕੁਝ ਹੋ ਰਿਹਾ। ਬਿਲਕੁਲ ਹਰਪ੍ਰੀਤ ਜੀ, ਮੈਂ ਉਸੇ ਗੱਲ ਤੇ ਆ ਰਿਹਾ। ਇਹ ਨਾ ਪਹਿਲਾਂ ਲੈਂਡ ਮਾਫੀਆ ਹੁੰਦਾ ਸੀ, ਸੈਂਡ ਮਾਫੀਆ ਹੁੰਦਾ ਸੀ, ਹੁਣ ਇੱਕ ਬਿਜਲੀ ਮਾਫੀਆ ਵੀ ਪੰਜਾਬ 'ਚ ਤਿਆਰ ਹੋ ਗਿਆ। ਇਹਦਾ ਮੈਂ ਤੁਹਾਨੂੰ ਅੱਜ ਭਾਂਡਾ ਭੰਨਣ ਲੱਗਿਆ, ਇਹਨਾਂ ਦਾ ਕਿਵੇਂ ਇਹ ਕੰਮ ਕਰਦਾ। ਹੁਣ ਪਹਿਲਾਂ ਤੁਸੀਂ ਦੇਖ ਲਓ 6 ਰੁਪਏ ਯੂਨਿਟ ਅਕਾਲੀ ਦਲ ਸਮਝੌਤੇ ਕਰਕੇ ਗਿਆ, ਜਿਹੜੇ ਨਹੀਂ ਹੈਗੇ ਜੀ, ਗਲਤ ਬਿਆਨ ਨਹੀਂ ਕਰਦੇ। ਮੈਂ ਮੇਰੀ ਗੱਲ ਮੈਂ ਤੁਹਾਨੂੰ ਚੈਲੰਜ ਕਰਦਾ, ਦਿਖਾ ਕੇ ਦਿਖਾ ਦਿਓ, ਆਨਲਾਈਨ ਵੀ ਪਿਆ ਜੇ ਥੋੜੇ ਆਰਟੀਆਈ ਦੇ ਨਹੀਂ ਹੈਗੇ ਨਾ ਜੀ, ਫਿਰ ਨਹੀਂ ਹੈਗੇ, ਝੂਠ ਨਾ ਬੋਲੋ, ਕਿਰਪਾ ਕਰਕੇ। ਆਪਾਂ ਤੁਸੀਂ ਤੱਕ ਜਵਾਬ ਦੇ ਦਿਓ, ਕੋਈ ਗੱਲ। ਹਾਂਜੀ ਹਾਂਜੀ। ਹੁਣ ਜਿਹੜੀ ਤੁਹਾਡੀ ਆਰਟੀਆਈ ਬੋਲਦੀ ਹੈ ਵੀ 4 ਰੁਪਏ ਨੂੰ ਪਰਚੇਜ ਕਰਦੇ ਆ, ਇਹ ਜਿਹੜੀ ਪਣ ਬਿਜਲੀ ਦੀ ਇਹ ਦੂਜੀ ਬਿਜਲੀ ਦੀ ਮਿਲਾ ਕੇ ਐਵਰੇਜ ਕੋਸਟ ਹੈ 4। ਜੇ ਚਲੋ ਮੰਨ ਲਿਆ ਅਕਾਲੀ ਸਰਕਾਰ ਨੇ 6 ਰੁਪਏ ਨੂੰ ਗਲਤ ਸਮਝੌਤੇ ਕਰ ਲਏ, ਜੇ 6 ਰੁਪਏ ਨੂੰ ਵੀ ਸਰਕਾਰ ਵੇਚੀ ਜਾਵੇ ਤਾਂ ਵੀ 2 ਰੁਪਏ ਪ੍ਰੋਫਿਟ ਹੈ ਇਹਨਾਂ ਨੂੰ, ਕਿਉਂਕਿ ਆਰਟੀਆਈ ਦੇ ਤਹਿਤ ਦੱਸ ਰਹੇ ਮੈਂ 4 ਰੁਪਏ ਪੈਂਦੀ, ਕਿਉਂਕਿ ਪਣ ਬਿਜਲੀ 1.5-2 ਰੁਪਏ ਪੈਂਦੀ, ਉਹਦੀ ਐਵਰੇਜ ਕੋਸਟ 4 ਰੁਪਏ ਆ ਜਾਂਦੀ ਹੈਗੀ, ਤੇ ਉਹਦੇ 'ਚ 2 ਰੁਪਏ ਇਹਨਾਂ ਨੂੰ ਫਾਇਦਾ। ਹੁਣ ਇਹ ਜਿਹੜਾ 30 ਪੈਸੇ ਵਧਾਇਆ ਹੈ, ਪਤਾ ਕਿਉਂ ਵਧਾਇਆ, ਮੈਂ ਹੁਣ ਤੁਹਾਨੂੰ ਦੱਸਦਾ। ਤੁਹਾਨੂੰ ਪਤਾ ਹੋਣਾ 2 ਮਹੀਨੇ ਪਹਿਲਾਂ ਨਾ ਸੁਪਰੀਮ ਕੋਰਟ ਤੋਂ ਕੇਸ ਆ ਰਹੀ ਹੈ ਪਾਵਰਕੌਮ ਜੀ। ਉਹਦੇ 'ਚ ਕੀ ਸੀ, ਜਿਹੜਾ ਕੋਲਾ ਦੇਣਾ ਸੀ ਪ੍ਰਾਈਵੇਟ ਥਰਮਲਾਂ ਨੂੰ, ਜਦੋਂ ਸਮਝੌਤੇ ਹੋਏ ਸੀ ਸਰਕਾਰ ਨੇ, ਪੰਜਾਬ ਸਰਕਾਰ ਨੇ, ਉਹ ਪ੍ਰੋਵਾਈਡ ਕਰਾਉਣਾ ਸੀ,
ਉਹ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਥਰਮਲ ਵਾਲਿਆਂ ਨੇ ਵੀ ਸਾਨੂੰ ਕੋਲਾ ਧੋ ਕੇ ਦਿਓ। ਦੱਸੋ ਹੁਣ ਸਰਕਾਰਾਂ ਕੋਲਾ ਵੀ ਧੋ ਕੇ ਦੇਣਗੀਆਂ ਇਹਨਾਂ ਨੂੰ? ਉਹ ਕੇਸ ਚੱਲੇਗਾ ਕੋਰਟ 'ਚ, ਉਹ 500 ਕਰੋੜ ਰੁਪਇਆ ਦੀ ਬਣਦੀ ਗਈ ਕੋਸਟ ਹਰ ਸਾਲ ਦੀ, ਤੇ ਉਹ ਕੇਸ ਹਾਰ ਚੁੱਕੇ ਹੈ। ਪਾਵਰਕਾਮ ਕੇਸ ਹਾਰ ਗਈ, 2800 ਕਰੋੜ ਦਾ ਜੁਰਮਾਨਾ ਲਾਤਾ ਤੇ 500 ਕਰੋੜ ਹਰ ਸਾਲ ਇਹਨਾਂ ਨੂੰ ਦੇਣਾ ਪੈਣਾ ਅੱਗੇ ਵਾਸਤੇ ਵੀ। ਤੇ ਉਹਦਾ ਜਿਹੜਾ ਵਜਨ ਸੀ ਉਹ ਸਾਰਾ ਕੰਜ਼ਿਊਮਰ ਤੇ ਪਾਤਾ ਇਹਨਾਂ ਖਪਤਕਾਰਾਂ ਤੇ ਤੁਸੀਂ ਮੈਨੂੰ ਦੱਸੋ, ਐਡਵੋਕੇਟ ਜਨਰਲਾਂ ਦੀ ਜਿਹੜੀ ਫੌਜ ਰੱਖੀ ਹੈ, ਇਹ ਕੇਸ ਹਰਾਉਣ ਵਾਸਤੇ ਰੱਖੀ ਹੈ? ਕੋਈ ਕੇਸ ਜਿੱਤਿਆ ਇਹਨਾਂ ਨੇ? ਸਭ ਮਿਲ ਕੇ ਹੋ ਰਿਹਾ। ਪਾਵਰਕਾਮ ਨੇ ਦੇਤੇ ਹੋਣਾ ਮਿਨਿਸਟਰ ਨੂੰ ਤੇ ਇਹਨਾਂ ਨੂੰ ਐਡਵੋਕੇਟ ਜਨਰਲਾਂ ਨੂੰ 100 ਕਰੋੜ ਰੁਪਇਆ ਦੇਤੇ ਹੋਣਾ। ਆ ਦੇਖ ਲਓ ਕਿੱਡਾ ਝਟਕਾ ਪੰਜਾਬ ਦੇ ਸਿਰ ਤੇ ਮਾਰਿਆ ਖਪਤਕਾਰਾਂ ਦੇ। ਇਸ ਕਰਕੇ ਸਾਡੀ ਇੰਡਸਟਰੀ ਤਬਾਹ ਹੋ ਰਹੀ, ਸਾਡੇ ਲੋਕ ਤਰਾਹ ਕਰ ਰਹੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ 10 ਰੁਪਏ ਯੂਨਿਟ ਕਿਤੇ ਹੈਗੀ। ਤੁਸੀਂ ਮਾੜਾ ਮੋਟਾ ਤਾਂ ਕਰੋ, ਜੇ 6 ਰੁਪਏ ਨੂੰ ਵੀ ਵੇਚ ਜਾਓ ਤਾਂ ਵੀ ਤੁਹਾਨੂੰ 2 ਰੁਪਏ ਬਚਦੇ ਆ। ਇੰਨਾ ਕੀ ਤੁਸੀਂ ਕਿਵੇਂ ਤੁਸੀਂ ਕਹਿੰਦੇ ਇੱਥੇ ਇੰਡਸਟਰੀ ਆਊਗੀ, ਇੰਡਸਟਰੀ ਤਾਂ ਤੁਸੀਂ ਭਜਾ ਰਹੇ ਹੈਗੇ। ਫਿਰ ਜਿਹੜੀ ਸਮਾਲ ਸਕੇਲ ਇੰਡਸਟਰੀ ਆ ਉਹ ਵੀ ਕਹਿੰਦੇ ਵੀ 25 ਕਰੋੜ ਦੀ ਟਰਨਓਵਰ ਹੋਣੀ ਚਾਹੀਦੀ, ਉਹਨੂੰ 5 ਰੁਪਏ ਮਿਲੂਗੀ, ਜਿਹਦੀ ਉੱਪਰ ਚਲੇਗੀ ਉਹਨੂੰ ਨਹੀਂ ਮਿਲਣੀ ਹੈਗੀ। ਮਤਲਬ ਉਹਦੇ 'ਚ ਵੀ ਇਹਨਾਂ ਨੇ ਕਲੌਜ਼ ਪਾੜੇ ਹੋਏ। 5 ਰੁਪਏ ਮਿਲਦੀ ਵੀ ਕਿਹਨੂੰ ਆ? ਮਿਲਦੀ ਵੀ ਕਿਹਨੂੰ? ਤੁਹਾਡੇ ਸਾਹਮਣੇ ਦੱਸ ਵੀ ਦਿੱਤਾ ਇਹਨਾਂ ਨੂੰ, 7 ਰੁਪਏ ਮਿਲ ਰਹੀ ਉਹਨਾਂ ਨੂੰ ਵੀ। ਤੇ ਬਾਕੀ ਉਹੀ ਹੈ ਕਿ ਵੀ ਜਿਹੜਾ ਹੁਣ ਸਾਡੀ ਸਰਕਾਰ ਹੈ ਉੱਥੇ 22 ਲੱਖ ਪਰਿਵਾਰਾਂ ਦਾ ਬਿਜਲੀ ਦਾ ਬਿੱਲ ਹੀ ਨਹੀਂ ਆਇਆ ਦਿੱਲੀ 'ਚ। ਉਹ ਵੀ ਤਾਂ ਕਿਤੋਂ ਖਰੀਦ ਰਹੀ ਹੈ, ਉਹਨਾਂ ਕੋਲ ਕੋਈ ਥਰਮਲ ਨਹੀਂ ਹੈਗਾ। 2.5 ਰੁਪਏ ਯੂਨਿਟ ਉਹਨਾਂ ਨੂੰ ਪੈਂਦੀ ਹੈ ਮਾਰਕੀਟ 'ਚੋਂ, ਅਸੀਂ ਫੇਰ ਵੀ 4 ਰੁਪਏ ਨੂੰ ਖਰੀਦ ਰਹੇ ਹਾਂ। ਐਵਰੇਜ ਉਹ ਵੀ ਪਣ ਬਿਜਲੀ ਦੀ ਮਿਲਾ ਕੇ ਐਵਰੇਜ ਹੈ ਜਿਹੜੀ ਆਰਟੀਆਈ ਦੱਸ ਰਹੇ ਚੰਡੀਗੜ੍ਹ 6 ਰੁਪਏ ਸਮਝੌਤਾ ਇਹਨਾਂ ਦਾ ਹੋਇਆ ਉਹ ਪਣ ਬਿਜਲੀ ਦਾ ਮਿਲਾ ਕੇ ਐਵਰੇਜ ਹੈ 4 ਰੁਪਏ। ਤੇ ਇਸ ਕਰਕੇ ਉਹ 4 ਰੁਪਏ ਸਾਡੀ ਸਰਕਾਰ ਦੇ ਰਹੀ ਹੈ ਉੱਥੇ ਖਰੀਦ ਕੇ ਮਾਰਕੀਟ 'ਚੋਂ। ਇਹ ਐਡਾ ਕਿਉਂ ਲੁੱਟਣ ਤੇ ਆਏ? ਵੀ ਪੰਜਾਬ ਦਾ ਹਾਲਾਤ ਤਾਂ ਦੇਖੋ ਕਿਹੜੇ ਹੋਏ ਹੋਏ ਆ। ਤੁਸੀਂ ਮਾੜਾ ਮੋਟਾ ਤਾਂ ਥੋੜਾ ਤਰਸ ਕਰੋ ਲੋਕਾਂ ਤੇ। ਐਦਾਂ ਨਹੀਂ ਪੰਜਾਬ ਬਚੂਗਾ, ਪੰਜਾਬ ਖਤਮ ਹੋ ਜਾਊਗਾ ਐਦਾਂ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਇੱਕ ਸਵਾਲ, ਇੱਕ ਬੜਾ ਆਮ ਲੋਕਾਂ ਦੇ ਵਿੱਚ ਜਿਹੜਾ ਚਰਚਾ ਚ ਰਹਿੰਦਾ, ਪ੍ਰਭਜੋਤ ਜੀ, ਸਵਾਲ ਜਦੋਂ ਵੀ ਬਿਜਲੀ ਦਾ ਬਿੱਲ ਆਉਂਦਾ, ਮੈਨੂੰ ਲੱਗਦਾ ਕਿ ਹਰ ਇੱਕ ਬੰਦੇ ਦੇ ਜ਼ਿਹਨ ਦੇ ਵਿੱਚ ਇੱਕ ਵਾਰ ਜ਼ਰੂਰ ਆਉਂਦਾ ਕਿ ਯਾਰ ਕਿਸਾਨਾਂ ਨੂੰ ਜਿਹੜੀ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਨਾ, ਉਹਦਾ ਬੋਝ ਸਾਡੇ ਤੇ ਜ਼ਰੂਰ ਪਾਇਆ ਜਾਂਦਾ। ਇਹ ਵਾਕਈ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈਗੀ ਹੈ? ਤੁਹਾਨੂੰ ਪੱਤਰਕਾਰੀ ਕਰਦੇ ਲੰਬਾ ਸਮਾਂ ਹੋ ਗਿਆ, ਔਰ ਇਹ ਗੱਲਾਂ ਉਸ ਚੀਜ਼ ਨਾਲ ਜੁੜਦੀਆਂ ਨੇ ਕਿ ਨਹੀਂ ਜੁੜਦੀਆਂ? ਦੇਖੋ ਹਰਪ੍ਰੀਤ, ਇਹ ਤਾਂ ਇੱਕ ਅਨਐਂਡਿੰਗ ਹੈਗਾ ਡਾਇਲੌਗ ਹੈ ਜਾਂ ਡਿਸਕਸ਼ਨ। ਜਦੋਂ ਵੀ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਂਦੀ ਆ ਤਾਂ ਸਟੇਟ ਗਵਰਨਮੈਂਟ ਬਿਜਲੀ ਬੋਰਡ ਨੂੰ ਉਹਦੇ ਬਦਲੇ ਸਬਸਿਡੀ ਦਿੰਦਾ। ਇਹ ਕੰਜ਼ਿਊਮਰ ਤੇ ਬੋਝ ਨਹੀਂ ਪੈਂਦਾ। ਜਦੋਂ ਸਟੇਟ ਗਵਰਨਮੈਂਟ ਜਿਹੜੀ ਸਬਸਿਡੀ ਰਿਲੀਜ਼ ਕਰਨੀ ਹੁੰਦੀ ਹੈ ਬਿਜਲੀ ਬੋਰਡ ਨੂੰ, ਉਹ ਰਿਲੀਜ਼ ਨਹੀਂ ਕਰਦੀ ਤਾਂ ਉਹਨਾਂ ਦਾ ਆਪਣਾ ਜਿਹੜਾ ਫਾਈਨੈਂਸ਼ੀਅਲ ਜਿਹੜਾ ਇੰਬੈਲੈਂਸ ਹੋ ਜਾਂਦਾ। ਮੇਨ ਪ੍ਰੋਬਲਮ ਕੀ ਆ? ਮੇਨ ਪ੍ਰੋਬਲਮ ਇਹ ਆ ਕਿ ਸਾਡੇ ਜਿਹੜੀ ਪਾਵਰ ਪ੍ਰੋਡਕਸ਼ਨ ਆ ਜਾਂ ਟਰਾਂਸਮਿਸ਼ਨ ਆ, ਇਹਦੀ ਮੈਨੇਜਮੈਂਟ ਜਿਹੜੀ ਆ ਉਹ ਇੰਨੀ ਕੁ ਬਦਤਰ ਹੋ ਚੁੱਕੀ ਆ ਕਿ ਸਾਨੂੰ ਪਤਾ ਹੀ ਨਹੀਂ ਸਾਡੇ ਟਰਾਂਸਮਿਸ਼ਨ ਲਾਸਿਸ ਕਿੰਨੇ ਆ, ਸਾਡੀ ਰਿਕਵਰੀ ਕਿੰਨੀ ਆ। ਬਿੱਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਊਟਸਟੈਂਡਿੰਗਸ ਅਗੇਂਸਟ ਗਵਰਨਮੈਂਟ ਡਿਪਾਰਟਮੈਂਟਸ, ਪਬਲਿਕ ਸੈਕਟਰ ਅੰਡਰਟੇਕਿੰਗਸ, ਇਹਦੇ ਲਈ ਕੰਜ਼ਿਊਮਰ ਜ਼ਿੰਮੇਵਾਰ ਆ। ਜੇ ਉਹਨਾਂ ਕੋਲ ਤੁਸੀਂ 1000 ਕਰੋੜ ਰੁਪਇਆ ਨਹੀਂ ਰਿਕਵਰ ਕੀਤਾ ਤੇ ਜਿਹੜਾ ਉੱਤੇ ਇੰਟਰਸਟ ਪੈ ਰਿਹਾ ਉਹ ਕੰਜ਼ਿਊਮਰ ਪੇ ਕਰੇ, ਜਿਹੜਾ ਕੰਜ਼ਿਊਮਰ ਦਾ ਕੋਈ ਤਾਲੁਕ ਨਹੀਂ। ਹੁਣ ਕਿਸਾਨੀ ਅਸੀਂ ਖਤਮ ਕਰ ਲਈ ਆ, ਇੰਡਸਟਰੀ ਦੇ ਅਸੀਂ ਮਗਰ ਲੱਗੇ ਆ। 8 ਰੁਪਏ ਨੂੰ ਬਿਜਲੀ ਕਰਤੀ, 7 ਰੁਪਏ 85 ਪੈਸੇ। ਟ੍ਰੇਡ ਬਿਜ਼ਨਸ ਸਾਰਾ ਵੈਸੇ ਹੀ ਆਨਲਾਈਨ ਸਿਸਟਮਾਂ ਨੇ ਖਤਮ ਕਰਤਾ ਤੇ ਲੋਕਾਂ ਕੋਲ ਸਿਰਫ ਤੁਸੀਂ ਪੈਸੇ ਲੈਣੇ ਹੀ ਲੈਣੇ ਆ ਤੇ ਲੋਕਾਂ ਨੂੰ ਦੇਣਾ ਕੀ ਆ? ਤੇ ਹੁਣ ਟ੍ਰੇਡਰ ਵੀ ਸਰਵਾਈਵ ਨਹੀਂ ਕਰੂਗਾ, ਐਗਰੀਕਲਚਰ ਫਾਰਮਰ ਵੀ ਸਰਵਾਈਵ ਨਹੀਂ ਕਰੂਗਾ, ਇੰਡਸਟਰੀ ਸਰਵਾਈਵ ਵੀ ਨਹੀਂ ਕਰੂਗਾ। ਤੇ ਪੰਜਾਬ ਦੀ ਤੁਸੀਂ ਫਿਸਕਲ ਹੈਲਥ ਨੂੰ ਬੜਾ ਕੋਈ ਡਿਫਿਕਲਟ ਨਹੀਂ ਇਮੇਜਿਨ ਕਰਨਾ ਕਿ ਪੰਜਾਬ ਦਾ ਕੀ ਹਾਲਾਤ ਹੋਣ ਵਾਲੇ ਨੇ। ਫੇਲਰ ਕਿਉਂ ਆ? ਹੁਣੇ ਪ੍ਰੋਫੈਸਰ ਦੱਸ ਰਹੇ, ਮਨਜੀਤ ਸਿੰਘ ਦੱਸ ਰਹੇ ਸੀ ਕਿ ਯੂਰਪ 'ਚ ਉਹਨਾਂ ਨੇ ਕੈਲਕੂਲੇਟ ਕੀਤਾ ਸਸਤੀ ਬਿਜਲੀ ਦਿੰਦੇ ਨੇ। 2 ਸਾਲ ਪਹਿਲਾਂ ਮੈਂ ਇੱਕ ਅਮਰੀਕਨ ਇਕੋਨੋਮਿਸਟ ਦੀ ਕਿਤਾਬ ਪੜ੍ਹ ਰਿਹਾ ਸੀ। ਉਹਨੇ ਬੜੀ ਚੰਗੀ ਗੱਲ ਲਿਖੀ ਜਿਹੜੀ ਕਿ ਅੱਜ ਆਪਾਂ ਸੁਣਾਂਗੇ ਤੇ ਹੱਸਾਂਗੇ। ਉਹਨੇ ਕਿਹਾ ਕਿ ਅੱਜ ਤੋਂ 20 ਸਾਲ ਪਹਿਲਾਂ ਕੋਈ ਇਮੇਜਿਨ ਕਰ ਸਕਦਾ ਸੀ ਕਿ ਟੈਲੀਫੋਨੀ ਲਗਭਗ ਫ੍ਰੀ ਹੋ ਜਾਵੇਗੀ? ਨਹੀਂ ਕਰ ਸਕਦੇ ਸੀ ਇਮੇਜਿਨ। 8-8 ਰੁਪਏ 80-80 ਰੁਪਏ ਮਿੰਟ ਲੱਗਦਾ ਸੀ ਕਾਲ ਕਰਨ ਦੇ ਅਮਰੀਕਾ ਕੈਨੇਡਾ ਵਿੱਚ। ਲੇਕਿਨ ਅੱਜ ਤੁਸੀਂ ਅਮਰੀਕਾ ਕੈਨੇਡਾ ਕਾਲ ਕਰਨੀ ਤੇ ਆਲਮੋਸਟ ਫ੍ਰੀ ਆ। ਪੈਸਿਆਂ 'ਚ ਲੱਗਦੇ ਪੈਸੇ, 8 ਪੈਸੇ ਵੀ ਨਹੀਂ ਲੱਗਦੇ ਮਿੰਟ ਤੇ। WhatsApp ਤੇ ਫ੍ਰੀ ਆ। ਹਾਂ, ਫ੍ਰੀ ਆ ਮਤਲਬ ਲਗਭਗ। ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ, ਅਸੀਂ ਵੀ ਪੰਜਾਬ ਵਿੱਚ ਬੜਾ ਜ਼ੋਰ ਲਾਇਆ ਕਿ ਸੋਲਰ એનર્ਜੀ, ਆਲਟਰਨੇਟ ਸੋਰਸਿਸ ਆਫ એનર્ਜੀ ਇਹਨਾਂ ਨੂੰ ਯੂਜ਼ ਕਰਕੇ એનર્ਜੀ ਪ੍ਰੋਡਿਊਸ ਕੀਤੀ ਜਾਵੇ। ਅਮਰੀਕਾ ਵਿੱਚ ਉਹਨੇ ਕਿਤਾਬ 'ਚ ਲਿਖਿਆ ਆਪਣੀ ਕਿ ਵੀਕਐਂਡ ਤੇ ਇੰਨੀ ਬਿਜਲੀ ਪ੍ਰੋਡਿਊਸ ਹੋ ਜਾਂਦੀ ਹੈ ਕਿ ਫ੍ਰੀ ਵੀ ਨਹੀਂ ਕੋਈ ਲੈਂਦਾ।
ਕਿਉਂਕਿ ਸੋਲਰ એનર્ਜੀ ਲੋਕ ਸਾਰੇ ਅਮਰੀਕਨਸ ਤੁਹਾਨੂੰ ਪਤਾ ਕਲਚਰ ਆ ਬਾਹਰ ਜਾਂਦੇ ਵੀਕਐਂਡ ਤੋਂ ਬਾਹਰ ਚਲੇ ਜਾਂਦੇ ਨੇ, ਘਰਾਂ 'ਚ ਜਿਹੜੀ ਕੰਜ਼ੰਪਸ਼ਨ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਤੇ ਬਿਜਲੀ ਨੂੰ ਕੋਈ ਲੈਂਦਾ ਨਹੀਂ। ਤੇ ਉਹ ਲੱਗਦਾ ਸੀ ਕਿ ਜੇ ਉਹ ਮਾਡਲ ਅਸੀਂ ਵੀ ਕਾਪੀ ਕਰੀਏ ਤਾਂ ਸਾਡੇ ਬਹੁਤ ਜ਼ੋਰ ਲੱਗਿਆ ਸੀ ਸੋਲਰ એનર્ਜੀ ਤੇ ਹੋਰ ਜਿਹੜੀ ਆਰਗੈਨਿਕ ਜਿਹੜੀ ਵੇਸਟ ਤੋਂ ਬਣਾਉਣੀ ਬਿਜਲੀ, ਬਾਇਓ ਇਹ ਸਾਰਿਆਂ ਦੇ ਬਾਇਓ ਤੋਂ। ਲੇਕਿਨ ਸਾਡੇ ਉਲਟ 18 ਵਾਰ 2 ਸਾਲਾਂ ਵਿੱਚ ਕਾਸਟ ਵਧਾਤੀ ਬਿਜਲੀ ਪ੍ਰੋਡਕਸ਼ਨ ਦੀ। ਇਹ ਬੇਸਿਕਲੀ ਇਨਐਫੀਸ਼ੀਐਂਸੀ ਆ ਟੂ ਮੈਨੇਜ ਦਾ ਇਲੈਕਟ੍ਰਿਸਿਟੀ ਪ੍ਰੋਡਕਸ਼ਨ ਐਂਡ ਟਰਾਂਸਮਿਸ਼ਨ। ਸਾਡੀਆਂ ਟਰਾਂਸਮਿਸ਼ਨ ਲਾਈਨਸ ਦੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਅਪਗ੍ਰੇਡੇਸ਼ਨ ਹੋ ਰਹੀ ਆ। ਕੀ ਇਹਨੂੰ ਪ੍ਰਾਈਸ ਇੰਡੈਕਸ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਕਿ ਜਿਵੇਂ ਜਿਵੇਂ ਹੋਰ ਚੀਜ਼ਾਂ ਦੇ ਰੇਟ ਵੱਧਦੇ ਨੇ ਉਵੇਂ ਬਿਜਲੀ ਦੇ ਰੇਟ ਵੀ ਵੱਧ ਰਹੇ ਨੇ? ਹਰ ਚੀਜ਼ ਦਾ ਰੇਟ ਵੱਧ ਰਿਹਾ ਤੇ ਪੰਜਾਬ ਵਿੱਚ ਘਟ ਕੀ ਰਿਹਾ, ਸਿਰਫ ਲੋਕਾਂ ਦੀ ਅਰਨਿੰਗ ਘਟ ਰਹੀ ਆ, ਇਨਕਮ ਘਟ ਰਹੀ ਆ, ਖਰਚੇ ਟੈਕਸ। ਤੁਸੀਂ ਬਿਜਲੀ ਤੇ ਕਿੰਨੇ ਟੈਕਸ ਲਾਤੇ, ਪੈਟਰੋਲ ਤੇ ਕਿੰਨੇ ਟੈਕਸ ਲਾਤੇ, ਇਨਡਾਇਰੈਕਟ ਟੈਕਸੇਸ਼ਨ ਇੰਨੀ ਜ਼ਿਆਦਾ, ਮਿਊਨਿਸਪਲ ਟੈਕਸਸ ਕਿੰਨੇ ਵੱਧ ਗਏ, ਤੁਹਾਡੇ ਇਲੈਕਟ੍ਰਿਸਿਟੀ ਦੇ ਟੈਕਸਸ, ਪੈਟਰੋਲ ਜਿੰਨੀ ਫਿਊਲ ਆ ਜਾਂ ਜਿਹੜੇ ਤੁਹਾਡੀਆਂ ਨੈਸੈਸਿਟੀਜ਼ ਆ ਲਾਈਫ ਦੀਆਂ, ਉਹ ਸਾਰਿਆਂ ਦੇ ਡਾਇਰੈਕਟ ਤੇ ਇਨਡਾਇਰੈਕਟ ਟੈਕਸੇਸ਼ਨ ਦਾ ਵਜਨ ਇੰਨਾ ਵੱਧ ਗਿਆ ਕਿ ਉਹਨਾਂ ਦੀ ਐਕਚੁਅਲ ਕਾਸਟ ਇੰਨੀ ਨਹੀਂ ਹੈ, ਪਰ ਜਿੰਨੀ ਟੈਕਸੇਸ਼ਨ ਕਰਕੇ ਵੱਧ ਜਾਂਦੀ ਆ। ਤੇ ਇਹ ਸਰਕਾਰਾਂ ਦੀ ਸਾਰੀ ਟੋਟਲ ਮਿਸਮੈਨੇਜਮੈਂਟ ਆ। ਜੇ ਇਹ ਟੈਕਸੇਸ਼ਨ ਪ੍ਰੋਪਰਲੀ ਮੈਨੇਜ ਕੀਤਾ ਜਾਵੇ ਔਰ ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਕੀਤੀ ਜਾਵੇ, ਫਿਸਕਲ ਮੈਨੇਜਮੈਂਟ ਜੇ ਸਹੀ ਕੀਤੀ ਜਾਵੇ, ਤਾਂ ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਲੋਕਾਂ ਨੂੰ ਇੰਨੀ ਐਮਬੈਰਸਮੈਂਟ ਤੇ ਲੋਕਾਂ ਨੂੰ ਇੰਨੀ ਤਕਲੀਫਾਂ ਨਹੀਂ ਆਉਣਗੀਆਂ, ਕਾਬੂ ਦੇ ਵਿੱਚ ਆ ਸਕਦੀਆਂ ਨੇ। ਮੈਂ ਥੋੜਾ ਜਿਹਾ ਇੱਥੇ ਤੁਸੀਂ ਬਿਲਕੁਲ ਸਹੀ ਸਵਾਲ ਰੇਜ਼ ਕੀਤਾ, ਮੈਂ ਉਹਨੂੰ ਐਕਸਟੈਂਡ ਕਰਦਾ, ਨਹੀਂ ਤੇ ਉਹ ਬਾਅਦ ਚ ਅਸੀਂ ਹੋਰ ਪਾਸੇ ਵੀ ਜਾ ਸਕਦੇ ਹਾਂ। ਤੁਸੀਂ ਦੋ ਗੱਲਾਂ ਕੀਤੀਆਂ, ਇੱਕ ਤੇ ਜਿਹੜੀ ਫ੍ਰੀ ਬਿਜਲੀ ਵਾਲੀ ਔਰ ਦੂਜੀ ਇਹਦਾ ਇੰਪੈਕਟ ਕੀ ਪੈਂਦਾ ਆ। ਇਹ ਬਿਲਕੁਲ ਇਹ ਚੀਜ਼ਾਂ, ਜੇ ਤੁਸੀਂ ਬਿਜਲੀ ਹੋਇਆ, ਪਾਣੀ ਹੋਇਆ, ਫੂਡ ਹੋਇਆ, ਤੇਲ ਹੋਇਆ, ਜੇ ਇਹਨਾਂ ਨੂੰ ਮਹਿੰਗਾ ਕਰ ਦੋਗੇ ਤੇ ਜਨਰਲ ਪ੍ਰਾਈਸ ਰਾਈਜ਼ ਬਹੁਤ ਚਲੇ ਜਾਂਦੇ ਆਪਣੇ ਆਪ ਵੱਧ ਜਾਣ। ਬਿਲਕੁਲ, ਕਿਉਂਕਿ ਟਰਾਂਸਪੋਰਟ ਤੇ ਖਰਚਾ ਆਉਣਾ, ਖੇਤੀ ਦੀ ਕਾਸਟ ਆਫ ਪ੍ਰੋਡਕਸ਼ਨ ਵੱਧ ਜਾਣੀ ਆ, ਹੋਰ ਸਾਰਾ ਕੁਝ। ਜਿਹੜੇ ਸ਼ਹਿਰੀ ਆ ਜਿਨ੍ਹਾਂ ਨੇ ਕਾਰਾਂ ਹੋਰ ਸਾਰਾ ਚਲਾਉਣਾ, ਸਾਰਾ ਇੱਕ ਜਨਰਲ ਇਨਫਲੇਸ਼ਨ ਵੱਧ ਜਾਂਦੀ ਆ। ਇਨਫਲੇਸ਼ਨ ਹੋਣ ਦੇ ਨਾਲ ਕਿ ਲੋਕਾਂ ਦੀ ਜੇਬ 'ਚ ਪੈਸਾ ਘਟਦਾ ਤੇ ਫਿਰ ਉਹ ਜਿਹੜੀ ਸਾਰੀ ਇਕਨੋਮੀ ਥੱਲੇ ਜਾਂਦੀ। ਅੱਜ ਇੱਕ ਮੁੱਖ ਕਾਰਨ ਇਹੀ ਹੈ ਕਿ ਲੋਕਾਂ ਨੂੰ ਸਾਡੇ ਸਿਸਟਮ ਨੇ ਨਿਚੋੜ ਇੰਨਾ ਜ਼ਿਆਦਾ ਲਿਆ ਕਿ ਉਹਨਾਂ ਕੋਲ ਹੁਣ ਕੁਛ ਹਰਪ੍ਰੀਤ ਜੀ ਖਰੀਦਣ ਲਈ ਬਚਿਆ ਹੀ ਨਹੀਂ। ਉਹ ਤੇ ਜਿੰਨਾ ਕੁ ਕਾਰਾਂ, ਸਕੂਟਰ ਹੋਰ ਸਾਰੀਆਂ ਜਿਨ੍ਹਾਂ ਨੂੰ ਇਹ GDP ਕਹਿੰਦੇ ਆ, ਵਿਕਾਸ ਕਹਿੰਦੇ ਆ, ਉਹ ਤੇ ਲੋਨ ਲੈ ਕੇ ਜਿੰਨਾ ਕੁ ਵੱਧ ਤੋਂ ਵੱਧ 10 ਸਾਲ, ਅੱਜ ਜਿਹੜਾ ਬੰਦਾ ਬੈਠਾ ਉਹਨੇ ਆਉਣ ਵਾਲੇ 10 ਸਾਲ ਦੀ ਆਪਣੀ ਇਨਕਮ ਪਹਿਲਾਂ ਹੀ ਖਾ ਚੁੱਕਾ। ਉਹ ਕਿਸ਼ਤਾਂ ਦੇਣੀਆਂ 10 ਸਾਲ, ਕਿਸੇ ਨੇ 5 ਸਾਲ, ਕਿਸੇ ਨੇ 10 ਸਾਲ, ਤੇ ਬਾਕੀ ਪੈਸਾ ਬਚਿਆ ਹੀ ਨਹੀਂ। ਹੁਣ ਕਿਸ਼ਤਾਂ ਲੈਣ ਲਈ ਵੀ ਕੋਈ ਦਿਖਾਉਣ ਲਈ ਹੈ ਨਹੀਂ ਆਪਣੇ ਕੋਲ ਬਚਿਆ। ਇਹ ਕਾਰਨ ਆ ਕਿ ਲੋਕਾਂ ਨੂੰ ਰਾਹਤ ਦੇਣਾ, ਕੋਈ ਲੋਕਾਂ ਨੂੰ ਫਾਇਦਾ ਦੇਣਾ ਨਹੀਂ ਹੁੰਦਾ। ਲੋਕਾਂ ਨੂੰ ਰਾਹਤ ਦੇਣ ਦਾ ਮਤਲਬ ਲੋਕਾਂ ਨੂੰ ਸਸ਼ਕਤ ਕਰਨਾ, ਐਮਪਾਵਰ ਕਰਨਾ, ਦੇਸ਼ ਨੂੰ ਮਜ਼ਬੂਤ ਕਰਨਾ। ਦੇਸ਼ ਮਜ਼ਬੂਤ ਹੁੰਦਾ ਤੇ ਇਕਨੋਮੀ ਮਜ਼ਬੂਤ ਹੁੰਦੀ। ਦੂਜੀ ਗੱਲ ਜਿਹੜੀ ਉਹ ਬੜੀ ਇੰਪੋਰਟੈਂਟ ਗੱਲ ਆ, ਮੇਰਾ ਇਹ ਕਹਿਣਾ ਕਿ ਭਾਵੇਂ ਤੁਸੀਂ ਸਾਰੀਆਂ ਕਿਸਾਨ ਸਭਾਵਾਂ ਜਿਹੜੀਆਂ ਜਾਂ ਇੱਥੇ BKU ਜਿੰਨੀਆਂ ਹੀ ਵਿੰਗ ਹੈਗੇ ਆ, ਲੈਫਟ ਰਾਈਟ ਸੈਂਟਰ, ਜੋ ਵੀ, ਉਹਨਾਂ ਨੂੰ ਸਰਕਾਰ ਇੱਕ ਵਾਰੀ ਬਿਠਾ ਕੇ ਪ੍ਰਪੋਜ਼ਲ ਰੱਖੇ। ਫ੍ਰੀ ਬਿਜਲੀ ਦਾ ਜਿਹੜਾ ਉਹਦੇ ਦੋ ਕਿਸਮ ਦੇ ਸਾਈਡ ਇਫੈਕਟ ਹੈਗੇ ਆ। ਇੱਕ ਤੇ ਤੁਸੀਂ ਹੁਣ ਮੱਛੀ ਮੋਟਰ, ਭਾਵੇਂ ਉਹ 10 ਹਾਰਸ ਪਾਵਰ ਦੀ ਮੋਟਰ ਆ ਤੇ ਭਾਵੇਂ 15 ਦੀ ਆ ਤੇ ਭਾਵੇਂ 20 ਦੀ ਆ, ਚਲਦੀ ਹੋ ਰਹਿਣੀ, ਫਿਰ ਉਹਨੇ ਜਾਣੀ ਵੱਡੇ ਪੱਧਰ ਤੇ ਬਿਜਲੀ ਖਾਣੀ ਹੈ ਨਾ। ਉਹਦੇ ਨਾਲ ਇਹਦਾ ਮਤਲਬ ਹੈ ਵੀ ਬਿਜਲੀ ਦੇ ਕਿਤੇ ਨਾ ਕਿਤੇ ਖਰਚਾ ਤੇ ਪੈਂਦਾ ਹੀ ਆ ਨਾ ਸਟੇਟ ਨੂੰ ਸਬਸਿਡੀ ਦਾ। ਤੇ ਨਾਲੇ ਪਾਣੀ ਜਿਹੜਾ ਥੱਲੇ ਤੱਕ ਸਾਰੇ ਦਾ ਸਾਰਾ ਪੰਜਾਬ ਦਾ, ਜਾਣੀ 75% ਬਲਾਕ ਜਿਹੜੇ ਆ ਉਹ ਡਾਰਕ ਜ਼ੋਨ 'ਚ ਚਲੇ ਗਏ ਆ। ਡਾਰਕ ਜ਼ੋਨ ਦਾ ਮਤਲਬ ਇਹ ਹੈਗਾ ਆ ਕਿ ਜਿੰਨਾ ਤੁਸੀਂ ਪਾਣੀ ਖਿੱਚਦੇ ਆ ਥੱਲਿਓਂ, ਉਹਨਾਂ ਮੁੜ ਕੇ ਥੱਲੇ ਜਾ ਨਹੀਂ ਰਿਹਾ ਤੇ ਇੱਕ ਨਾ ਇੱਕ ਦਿਨ ਇੱਥੇ ਉਜਾੜ ਪਊਗੀ। ਇਹਦਾ ਮਤਲਬ ਇਹ ਹੈ ਜਿਹੜੇ ਆਪਾਂ ਨੂੰ ਚਿੰਤਤ ਨਹੀਂ। ਵੱਡੀ ਗੱਲ ਸਾਰੀ ਹੈ ਕਿ ਜਿਹੜੀ ਦੇਖਣ ਨੂੰ ਫਾਰਮਰ ਨੂੰ ਸਬਸਿਡੀ ਲੱਗਦੀ ਹੈ ਕਿ ਉਹਨੂੰ ਫਾਇਦਾ ਹੋ ਰਿਹਾ, ਉਹਨੂੰ ਫਾਇਦਾ ਹੋ ਹੀ ਨਹੀਂ ਰਿਹਾ। ਉਹ ਜਦੋਂ ਕਾਸਟ ਆਫ ਕਲਟੀਵੇਸ਼ਨ ਦਿੱਲੀ 'ਚ ਕੈਲਕੂਲੇਟ ਕਰਦੇ ਆ, APS ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ACPC ਕਰਦੇ ਆ, ਉਹ ਕਹਿੰਦੇ ਆ ਕਿ ਅੱਛਾ ਜੀ ਕਿਹੜੇ ਇਹਨਾਂ ਦੇ ਖਰਚੇ ਆ ਕਿਸਾਨਾਂ ਦੇ ਪੰਜਾਬ ਦੇ, ਜਦੋਂ ਬਈ ਖਾਤਾ ਖੋਲ੍ਹਦੇ ਆ ਉਹ ਕਹਿੰਦੇ ਆ ਜੀ ਇਹਨਾਂ ਦੇ ਆਹ ਤੇ ਮੁਫਤ ਮਿਲਦੀ ਹੈ ਇਹਨਾਂ ਨੂੰ, ਇਹ ਇਹਨਾਂ ਨੂੰ ਬਾਹਰ ਕੱਢ ਦਿਓ ਤੇ ਬਾਕੀ ਉਹਨਾਂ ਦੀ ਜਿਹੜੀ ਆ ਝੋਨਾ ਜੀਰੀ ਜਾਂ ਜਿੰਨਾ ਵੀ ਆ ਕਣਕ ਦਾ, ਨਰਮੇ ਦਾ, ਉਹਦੇ ਹਿਸਾਬ ਨਾਲ ਥੱਲੇ ਇਹਦਾ ਰੇਟ ਰੱਖੋ। ਜੇ ਉਹ ਵਿੱਚ ਜੋੜਿਆ ਹੋਵੇ ਜਿੰਨਾ ਸਾਡਾ ਐਕਚੁਅਲੀ ਖਰਚਾ ਆਉਂਦਾ 6-7-8 ਹਜ਼ਾਰ ਕਰੋੜ ਤੱਕ, ਕੱਲ੍ਹ ਕੋਈ ਕਾਂਗਰਸ ਦਾ ਪ੍ਰਵਕਤਾ ਕਹਿ ਰਿਹਾ ਸੀ 9,000 ਕਰੋੜ ਤੱਕ ਪਹੁੰਚ ਗਿਆ, ਜਿੰਨਾ ਵੀ ਉਹ ਖਰਚਾ ਆ, ਜੇ ਉਹ ਉੱਥੇ ਕਾਸਟ ਆਫ ਕਲਟੀਵੇਸ਼ਨ 'ਚ ਜੁੜੇ ਤਾਂ ਉਨੀ ਇਹਨਾਂ ਦੀਆਂ ਜਿੰਨੀਆਂ ਜਿੰਸਾਂ ਵੇਚਣ ਵਾਲੀਆਂ ਉਹਨਾਂ ਦੀ ਕੀਮਤ ਵਧੂਗੀ ਤੇ ਇਹ ਪੈਸਾ ਇੱਥੇ ਪੰਜਾਬ ਦਾ ਜਿਹੜਾ ਖਜ਼ਾਨੇ 'ਚੋਂ ਜਾ ਕੇ ਸਬਸਿਡੀ ਜਾ ਰਹੀ ਹੈ ਉਹ ਬਚੂਗਾ 6-7 ਹਜ਼ਾਰ ਕਰੋੜ ਰੁਪਈਆ। ਸਰਕਾਰ ਉਸ ਲਈ
ਸਕੂਲ ਸਿਹਤ ਪੰਜਾਬ ਦੇ ਵਿੱਚ ਬਿਲਕੁਲ ਸਸਤੀ ਤੇ ਮੁਫਤ ਵਾਂਗੂ ਕਰਕੇ ਹੋਰ ਟੀਚਰ ਭਰਤੀ ਕਰਕੇ ਮਤਲਬ ਮਿਸ ਮੈਨੇਜਮੈਂਟ ਹੈ। ਮੈਂ ਤੁਹਾਨੂੰ ਮੋਟੇ ਤੌਰ ਤੇ ਇਹ ਕਹਿਣੀ ਚਾਹੁੰਦਾ। ਅਗਰਵਾਲ ਸਾਹਿਬ ਮੈਂ ਇੱਕ ਮਿੰਟ ਅਗਰਵਾਲ ਸਾਹਿਬ ਦੋ ਗੱਲਾਂ। ਪੰਜਾਬ ਸਰਕਾਰ ਹਾਲੇ ਵੀ ਇਹ ਦਾਅਵਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਜਿੰਨੀ ਇੰਡਸਟਰੀ ਨੂੰ ਸਸਤੀ ਬਿਜਲੀ ਮਿਲ ਰਹੀ ਹੈ ਉਹ ਮੁਲਕ ਦੇ ਵਿੱਚ ਹੋਰ ਕਿਸੇ ਨੂੰ ਨਹੀਂ ਮਿਲ ਰਹੀ। ਇਹ ਕੱਲ ਦਾਅਵਾ ਵੀ ਕੀਤਾ ਗਿਆ, ਪਹਿਲੀ ਗੱਲ। ਦੂਜੀ ਗੱਲ ਇੱਕ ਹੋਰ ਗੱਲ ਦੱਸੋ, ਜਦੋਂ ਵੀ ਇੰਡਸਟਰੀ ਦੇ ਬਿਜਲੀ ਦੇ ਰੇਟ ਵੱਧਦੇ ਨੇ ਕਿ ਜਿਹੜਾ ਤੁਹਾਡਾ ਮਾਲ ਹੁੰਦਾ ਕਿਸੇ ਵੀ ਤਰ੍ਹਾਂ ਦਾ ਹੋਵੇ ਜਿਹੜਾ ਕੰਜ਼ਿਊਮਰ ਕੋਲ ਡਾਇਰੈਕਟ ਜਾਂ ਇਨਡਾਇਰੈਕਟ ਤਰੀਕੇ ਨਾਲ ਜਾਣਾ, ਕੀ ਇਹ ਪਲੱਸ ਉਹਨਾਂ ਦੇ ਵਿੱਚ ਜਾ ਕੇ ਜੁੜ ਜਾਂਦਾ? ਮੈਂ ਦੂਸਰੇ ਸਵਾਲ ਦਾ ਜਵਾਬ ਪਹਿਲਾਂ ਦੇਣਾ ਚਾਹਾਂਗਾ, ਉਹ ਨਹੀਂ ਜੁੜ ਸਕਦਾ। ਮੈਂ ਜੋ ਵੀ ਮਾਲ ਬਣਾਉਣਾ ਤੁਸੀਂ ਉਹਨੂੰ ਖਰੀਦਦੇ ਹੋ। ਨਹੀਂ, ਜੇ ਫਰਜ਼ ਕਰੋ ਜਿਹੜੀ ਤੁਸੀਂ 5 ਰੁਪਏ ਦੀ ਚੀਜ਼ ਵੇਚ ਰਹੇ ਹੋ, ਜੇ ਤੁਹਾਨੂੰ 30 ਪੈਸੇ ਹੋਰ ਐਕਸਟਰਾ ਪੈ ਗਏ ਤਾਂ ਤੁਸੀਂ 30 ਪੈਸੇ ਜੋੜੋਗੇ ਹੀ, ਆਪਣੇ ਪੱਲੇ ਥੋੜੀ ਪਾਓਗੇ। ਮੈਂ ਤੁਹਾਨੂੰ ਉਹਦਾ ਹੀ ਜਵਾਬ ਦੇ ਰਿਹਾ ਸੀਗਾ ਜੀ ਕਿ ਮੈਂ ਜੋ ਵੀ ਮਾਲ ਬਣਾਉਣਾ ਉਹਦੇ ਤੁਸੀਂ ਖਰੀਦਦਾਰ ਹੋ। ਜੇ ਤੁਹਾਨੂੰ ਹਰਿਆਣੇ ਦੇ ਵਿੱਚੋਂ ਉਹ ਚੀਜ਼ ਸਸਤੀ ਮਿਲਦੀ ਹੈ ਤੁਸੀਂ ਮੇਰੇ ਤੋਂ ਕਿਉਂ ਲਓਗੇ? ਮੈਂ ਤੁਹਾਨੂੰ ਪਹਿਲੇ ਵੀ ਆਪਣੇ ਉਹਦੇ ਵਿੱਚ ਦੱਸਿਆ ਸੀਗਾ ਕਿ ਐਫੀਸ਼ੀਐਂਸੀ ਦਾ ਮਤਲਬ ਕੀ ਹੁੰਦਾ ਵੀ ਜੇ ਕੋਈ ਕਾਸਟ ਵਧ ਰਹੀ, ਸਾਡੇ ਕੋਲੇ ਸੈਲਿੰਗ ਪ੍ਰਾਈਸ ਦਾ ਕੋਈ ਕੰਟਰੋਲ ਨਹੀਂ। ਸੈਲਿੰਗ ਪ੍ਰਾਈਸ ਮਾਰਕੀਟ ਫੋਰਸਿਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਬਾਜ਼ਾਰ ਉਹ ਕਰਦਾ ਹੈਗਾ, ਡਿਸਾਈਡ ਕਰਦਾ। ਜਦੋਂ ਸਾਡੇ ਕੋਲੇ ਸੈਲਿੰਗ ਪ੍ਰਾਈਸ ਦਾ ਕੰਟਰੋਲ ਹੀ ਨਹੀਂ ਹੈ ਤੇ ਸਾਡੀ ਇਨਪੁਟ ਜੇਕਰ ਵੱਧਦੀ ਆ ਤੇ ਸਾਨੂੰ ਹੀ ਢਾਪਨ ਕਰਨੀ ਪੈਣੀ ਹੈ। ਔਰ ਸਾਨੂੰ ਇੱਕ ਲਿਮਿਟ ਤੱਕ ਅਸੀਂ ਢਾਪਨ ਕਰ ਸਕਦੇ ਹਾਂ, ਅਨਲਿਮਿਟਿਡ ਢਾਪਨ ਤੇ ਅਸੀਂ ਕਰ ਨਹੀਂ ਸਕਦੇ। ਕਿਉਂ ਪੰਜਾਬ ਦੀ ਉਦਯੋਗ ਜਿਹੜਾ ਹੈ, ਕਿਉਂ ਪੰਜਾਬ ਦਾ ਸਨਅਤ ਆ ਉਹ ਫੇਲ ਹੋ ਗਿਆ? ਉਹ ਸਿਰਫ ਇਸ ਕਰਕੇ ਕਿਉਂਕਿ ਇੱਕ ਤਾਂ ਅਸੀਂ ਵੈਸੇ ਲੈਂਡ ਲੌਕਡ ਆ, ਸਾਨੂੰ ਜੇ ਕੋਈ ਚੀਜ਼ ਐਕਸਪੋਰਟ ਕਰਨੀ ਪੈਂਦੀ ਹੈ ਸਾਨੂੰ 1600 ਕਿਲੋਮੀਟਰ ਨੂੰ ਢੋਣਾ ਪੈਂਦਾ, ਉਹਦਾ ਖਰਚਾ ਲੱਗਦਾ। ਦੂਸਰੀ ਚੀਜ਼, ਜੇ ਅਸੀਂ ਕੱਚਾ ਮਾਲ ਜਿਹੜਾ ਬੇਸਿਕ ਆ ਲੋਹਾ ਲੰਗੜ ਉਹ ਲੈਣਾ, ਉਹ ਵੀ ਸਾਨੂੰ 1600 ਕਿਲੋਮੀਟਰ ਢੋ ਕੇ ਲੈ ਕੇ ਆਣਾ ਪੈਣਾ। ਅੱਗੇ ਇੱਥੇ ਇੰਡਸਟਰੀ ਇਸ ਕਰਕੇ ਚੱਲਦੀ ਸੀ ਵੀ ਚਲੋ ਬਿਜਲੀ ਸਸਤੀ ਆ, ਹੁਣ ਉਹ ਜੇ ਬਿਜਲੀ ਵੀ ਸਸਤੀ ਨਹੀਂ ਰਹੀ ਤੇ ਸਨਅਤ ਕਿੱਥੋਂ ਚੱਲਣਗੇ? ਅਸੀਂ ਨਹੀਂ ਆਪਣਾ ਪ੍ਰਾਈਸ ਜਿਹੜਾ ਹੈ ਲੋਡ ਕਰ ਸਕਦੇ ਕੰਜ਼ਿਊਮਰਾਂ ਤੇ। ਕੰਜ਼ਿਊਮਰ ਦੇ ਕੋਲੇ ਅੱਜ ਦੀ ਡੇਟ 'ਚ ਬਹੁਤ ਚੋਇਸ ਆ। ਸਾਡੇ ਕੋਲੇ ਅਸੀਂ ਜਿੰਨੀ ਵੀ ਪ੍ਰੋਡਕਟ ਬਣਾਉਂਦੇ ਸਾਨੂੰ ਨੈਸ਼ਨਲ ਕੰਪੀਟੀਸ਼ਨ ਵੀ ਫੇਸ ਕਰਨਾ ਪੈਂਦਾ, ਸਾਨੂੰ ਇੰਟਰਨੈਸ਼ਨਲ ਕੰਪੀਟੀਸ਼ਨ ਵੀ ਫੇਸ ਕਰਨਾ ਪੈਂਦਾ। ਔਰ ਉਹੀ ਗੱਲ ਅਸੀਂ ਬਿਜਲੀ ਮਹਿਕਮੇ ਤੇ ਕਰਦੇ ਹਾਂ ਕਿ ਜਿੰਨੀ ਦੇਰ ਅਸੀਂ ਬਿਜਲੀ ਮਹਿਕਮੇ ਨੂੰ ਕੰਪੀਟੀਟਿਵ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ, ਉਹਨੂੰ ਹਰ ਵਾਰੀ ਇੱਕ ਖੂਨ ਦੀ ਬੋਤਲ ਲਾ ਦਿਆਂਗੇ, ਲਓ 30 ਪੈਸੇ ਵਧਾ ਕੇ 1-2 ਖੂਨ ਦੀਆਂ ਬੋਤਲਾਂ ਲਾਤੀਆਂ, ਤੁਸੀਂ ਹੋਰ 1 ਸਾਲ ਸਾਹ ਲੈ ਲਓ, ਇਹ ਕਿੰਨੀ ਦੇਰ ਇਹ ਚੱਲੂਗਾ? ਇਹ ਨਹੀਂ ਚੱਲ ਸਕਦਾ। ਇਹਨੂੰ ਐਫੀਸ਼ੀਐਂਟ ਹੀ ਕਰਨਾ ਪੈਣਾ ਔਰ ਐਫੀਸ਼ੀਐਂਟ ਕਰਨ ਲਈ ਇਹਨਾਂ ਨੂੰ ਮਾਰਕੀਟ ਫੋਰਸਿਸ ਨੂੰ ਐਕਸਪੋਜ਼ ਕਰਨਾ ਪੈਣਾ। ਅੱਜ ਮੈਂ ਤੁਹਾਨੂੰ ਦੱਸਦਾ ਵੀਲਿੰਗ ਚਾਰजेस ਆ ਜੀ, ਇਹਨਾਂ ਨੇ ਇੱਕ ਸੈਂਟਰਲ ਇਲੈਕਟ੍ਰਿਸਿਟੀ ਐਕਟ ਨੇ ਇੱਕ ਪ੍ਰੋਵੀਜ਼ਨ ਕੀਤੀ ਆ ਕਿ ਮੈਂ ਐਜ਼ ਏ ਕੰਜ਼ਿਊਮਰ ਕਿਤੋਂ ਵੀ ਬਿਜਲੀ ਖਰੀਦ ਸਕਦਾ। ਜੇ ਮੈਂ ਹਰਿਆਣੇ ਚੋਂ ਬਿਜਲੀ ਖਰੀਦਣੀ ਜਾਂ ਹਰਿਆਣੇ ਦੇ ਕਿਸੇ ਪ੍ਰੋਡਕਸ਼ਨ ਸੈਂਟਰ ਤੋਂ ਬਿਜਲੀ ਖਰੀਦਣੀ ਆ ਤੇ ਮੈਂ ਖਰੀਦ ਸਕਦਾ। ਇਹ ਕਰਤਾ, ਇਸ ਐਫਰਟ ਨੂੰ ਡਿਲੂਟ ਕਰਤਾ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਇਹ ਕਹਿੰਦੀ ਆ ਕਿ ਜੇ ਤੁਸੀਂ ਬਿਜਲੀ ਖਰੀਦਣੀ ਹੈ ਤਾਂ ਵੀਲਿੰਗ ਤੇ ਸਾਡੇ ਸਿਸਟਮ ਚੋਂ ਹੀ ਕਰਨੀ ਹੈ। ਚਾਰजेस ਦਿਓ। ਹਾਂ, ਸਿਸਟਮ ਹੈਗਾ ਕੰਪੀਟੀਸ਼ਨ ਤੋਂ ਬਾਹਰ। ਜਿੰਨੀ ਦੇਰ ਸਿਸਟਮ ਕੰਪੀਟੀਸ਼ਨ ਤੋਂ ਬਾਹਰ ਆ ਤੇ ਮੋਨੋਪੋਲੀ ਆ। ਹੁਣ ਤੁਸੀਂ ਕਰ ਲਓ ਮੋਨੋਪੋਲੀ ਆਪਣੀ। ਅੱਜ ਤੁਸੀਂ ਦੇਖ ਲਓ ਕਿਸੇ ਚੀਜ਼ ਤੇ ਵੀ ਜੇ ਤੁਸੀਂ ਮੋਨੋਪੋਲੀ ਕਰਦੇ ਆ ਤੇ ਉਹਦਾ ਕੀ ਰਿਜ਼ਲਟ ਆ ਰਿਹਾ। ਟੈਲੀਫੋਨ ਇਹਨਾਂ ਨੇ ਕਿਹਾ ਜੀ ਆਲਮੋਸਟ ਜ਼ੀਰੋ ਕਾਸਟ ਹੋ ਗਈ ਆ। ਇਹ ਟੈਲੀਫੋਨ ਨੇ ਨਹੀਂ ਜ਼ੀਰੋ ਕਾਸਟ ਕੀਤੀ, ਇਹ ਟੈਲੀਫੋਨ ਨੂੰ ਜਦੋਂ ਅਸੀਂ ਓਪਨ ਕੰਪੀਟੀਸ਼ਨ ਦੇ ਵਿੱਚ ਐਕਸਪੋਜ਼ ਕੀਤਾ ਤਾਂ ਉਹ ਜ਼ੀਰੋ ਹੋਈ ਆ। ਕਮਾਉਂਦੀਆਂ ਸਾਰੀਆਂ ਕੰਪਨੀਆਂ, ਰੌਲਾ ਜੋ ਮਰਜ਼ੀ ਕਰੀ ਚੱਲੋ, ਜੇ ਨਹੀਂ ਕਮਾਉਂਦੀਆਂ ਤੇ ਕਿਉਂ ਚੌਥੇ ਦਿਨ ਨਵੀਂ ਕੰਪਨੀ ਆ ਕੇ ਬੈਠ ਜਾਂਦੀ ਹੈ? ਬਿਲਕੁਲ, ਜੇ ਕਮਾਉਂਦੇ ਆ ਤੇ ਕਰਦੇ ਆ। ਇਹਨੂੰ ਜਿੰਨੀ ਦੇਰ ਅਸੀਂ ਓਪਨ ਕੰਪੀਟੀਸ਼ਨ ਚ ਐਕਸਪੋਜ਼ ਨਹੀਂ ਕਰਾਂਗੇ। ਅਗਰਵਾਲ ਸਾਹਿਬ ਹੋਰ ਕਿਵੇਂ ਕਰੀਏ? ਹੁਣ ਦੇਖੋ ਨਾ, ਪ੍ਰਾਈਵੇਟ ਯੂਨਿਟ ਦੀ ਗੱਲ ਕਰਦੇ ਆ ਆਪਾਂ। ਬਰਾੜ ਸਾਹਿਬ ਕਹਿੰਦੇ ਨੇ ਕਿ ਪ੍ਰਾਈਵੇਟ ਅਸੀਂ ਯੂਨਿਟ ਲੈ ਕੇ ਆਂਦੇ, ਉਦੋਂ ਇਹੀ ਸੀਗੀ ਮੰਗ ਕਿ ਇੱਥੇ ਐਫੀਸ਼ੀਐਂਸੀ ਹੈ ਨਹੀਂ ਹੈ, ਬਿਜਲੀ ਦੀ ਸਮਰੱਥਾ ਹੈ ਨਹੀਂ ਹੈ, ਇਸ ਲਈ ਬਾਹਰੋਂ ਯੂਨਿਟ ਲਿਆ ਕੇ ਲਾਂਦੇ ਰਹੇ, ਬਾਹਰੋਂ ਲਿਆ ਕੇ ਲਾਂਦੇ ਰਹੇ। ਤੇ ਹੁਣ ਇਹ ਐਲੀਗੇਸ਼ਨ ਲੱਗਦੇ ਨੇ ਕਿ ਕਰਾਰ ਐਸੇ ਹੋਏ ਨੇ ਕਿ ਉਹਨਾਂ ਨੇ ਲੁੱਟ ਖਸੁੱਟ ਕਰਨੀ ਸ਼ੁਰੂ ਕਰ ਦਿੱਤੀ। ਦੇਖੋ, ਮੈਂ ਉਹ ਕਰਾਰਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਕਿਉਂਕਿ ਇੰਡਸਟਰੀ ਜਿਹੜੀ ਆ ਉਹਨੇ ਹਰ ਪੋਲੀਟੀਕਲ ਸਿਸਟਮ ਦੇ ਨਾਲ ਚੱਲਣਾ। ਅਕਾਲੀਆਂ ਦੀ ਥਾਟਸ ਕੁਛ ਹੋ ਸਕਦੀ ਆ, ਕਾਂਗਰਸ ਦੀ ਥਾਟ ਕੁਛ ਹੋ ਸਕਦੀ, ਆਪ ਦੀ ਥਾਟ ਕੁਛ ਹੋ ਸਕਦੀ ਆ, ਪਰ ਤਿੰਨਾਂ ਦੀ ਇੱਕ ਸਾਂਝੀ ਥਾਟ ਆ। ਉਹ ਇਹ ਆ ਕਿ ਪੰਜਾਬ ਦੇ ਵਿੱਚ ਸੈਕੰਡ ਸੋਰਸ ਆਫ ਏਮਪਲੋਇਮੈਂਟ, ਸੈਕੰਡ ਸੋਰਸ ਆਫ ਰੈਵਨਿਊ ਜਨਰੇਸ਼ਨ, ਸੈਕੰਡ ਸੋਰਸ ਆਫ ਪ੍ਰੋਸਪੈਰਿਟੀ ਸਿਰਫ ਇੰਡਸਟਰੀ ਆ। ਔਰ ਇੰਡਸਟਰੀ ਬਿਕੋਜ਼ ਕਿ ਅਸੀਂ ਲੈਂਡ ਲੌਕਡ ਆ, ਬਿਕੋਜ਼ ਅਸੀਂ ਬਹੁਤ ਅੱਗਵਧੂ ਸਨਅਤਕਾਰ ਆ। ਇਹ ਦੋਨਾਂ ਚੀਜ਼ਾਂ ਦਾ ਜੇਕਰ ਮੇਲ ਹੋਵੇ ਤੇ ਜਿੰਨੀ ਦੇਰ ਸਰਕਾਰ ਦਾ ਸਾਡੇ ਸਿਰ ਤੇ ਹੱਥ ਨਹੀਂ ਹੋਊਗਾ ਅਸੀਂ ਕੁਝ ਨਹੀਂ ਕਰ ਸਕਦੇ। ਸਾਡੇ ਸਿਰ ਤੇ ਹੱਥ ਰੱਖਣ ਦੀ ਸਾਨੂੰ ਲੋੜ ਨਹੀਂ। ਸਾਨੂੰ ਅਸੀਂ ਕਹਿੰਦੇ ਆ ਕਿ ਵੀ ਜਿਹੜੇ ਵੀ ਅਦਾਰੇ ਸਾਨੂੰ ਇਫੈਕਟ ਕਰਦੇ ਆ, ਜਿਹੜਾ ਬਿਜਲੀ ਦਾ ਅਦਾਰਾ ਹੈਗਾ, ਇਹਨੂੰ ਥੋੜਾ ਜਿਹਾ ਓਪਨ ਕੰਪੀਟੀਸ਼ਨ, ਸਾਡੀ ਬਿਲਿੰਗ ਚਾਰजेस ਉਹ ਕਰ ਦੇਣ ਜਿਹੜੀ ਉਹਨਾਂ ਦੀ ਐਕਚੁਅਲ ਕਾਸਟ ਆ। ਦੇਖੋ ਕਿਸ ਤਰ੍ਹਾਂ ਬਿਜਲੀ। ਇਕਬਾਲ ਸਿੰਘ ਜੀ, ਮੇਰਾ ਸਵਾਲ ਉਹ ਵੀ ਹੈਗਾ
ਕਿ ਅਸੀਂ ਸਾਰੇ ਜ਼ਰੂਰ ਕਹਿ ਦਿੰਦੇ ਹਾਂ ਕਿ ਇਹਨਾਂ ਚੀਜ਼ਾਂ ਦੇ ਭਾਅ ਵਧਣੇ ਨਹੀਂ ਚਾਹੀਦੇ, ਪਰ ਸਰਕਾਰ ਕਿਸ ਤਰੀਕੇ ਨਾਲ ਚਲਾਣੀ ਹੈ, ਕਿਸ ਤਰੀਕੇ ਨਾਲ ਚੱਲੂਗੀ, ਤਨਖਾਹਾਂ ਵੀ ਦੇਣੀਆਂ, ਖਰਚੇ ਵੀ ਪੂਰੇ ਕਰਨੇ ਨੇ, ਉਹ ਸਾਰੀਆਂ ਚੀਜ਼ਾਂ ਕਿੱਥੋਂ ਪੂਰੀਆਂ ਹੋਣਗੀਆਂ। ਇੱਕ ਇਹ ਚੀਜ਼ ਜਿਹੜੀ ਹੈਗੀ ਹੈ ਇਹ ਸਾਰੇ ਲੋਕਾਂ ਨੂੰ ਇਫੈਕਟ ਕਰੇਗੀ, ਗਰੀਬ ਹੈ, ਅਮੀਰ ਹੈ, ਸਾਰਿਆਂ ਨੂੰ, ਬਿਜਲੀ ਹੋਵੇ, ਡੀਜ਼ਲ ਹੋਵੇ, ਪੈਟਰੋਲ ਹੋਵੇ, ਇਹ ਸਾਰੇ ਲੋਕਾਂ ਨੂੰ ਇਫੈਕਟ ਕਰਦੀ ਹੈ। ਕੁਝ ਲੋਕ ਇਹ ਰਾਏ ਦਿੰਦੇ ਨੇ ਕਿ ਤੁਸੀਂ ਸ਼ਰਾਬ ਮਹਿੰਗੀ ਕਰ ਦਿਓ, ਉਹ ਤਾਂ ਸਾਰਿਆਂ ਨੂੰ ਇਫੈਕਟ ਨਹੀਂ ਕਰਦੀ, ਉੱਥੋਂ ਮੁਨਾਫਾ ਕਮਾਇਆ ਜਾ ਸਕਦਾ। ਪਰ ਜਿਵੇਂ ਬਰਾੜ ਸਾਹਿਬ ਨੇ ਕਿਹਾ ਕਿ ਉਹ ਐਡਾ ਪੈਸਾ ਉਹਦੇ ਵਿੱਚੋਂ ਜਾਇਆ ਜਾ ਰਿਹਾ ਨਕਲੀ ਚੀਜ਼ਾਂ ਦੇ ਨਾਲ, ਉਹਨਾਂ ਚੀਜ਼ਾਂ ਤਾਂ ਨਕੇਲ ਨਹੀਂ ਹੈ। ਨਹੀਂ, ਗੱਲ ਤਾਂ ਉਹੀ ਹੈ ਨਾ ਵੀ ਸਰਕਾਰ ਕਾਦੇ ਵਾਸਤੇ ਹੁੰਦੀ ਹੈ। ਸਰਕਾਰ ਕਿਉਂ ਕਹਿੰਦੇ, ਜਿਹੜੇ ਸਾਰੇ ਕੰਮਾਂ ਨੂੰ ਸਰ ਕਰ ਲਵੇ ਉਹਨੂੰ ਸਰਕਾਰ ਕਹਿੰਦੇ। ਸਰਕਾਰ ਮੂਹਰੇ ਕੁਝ ਨਹੀਂ ਅੜਦਾ, ਕੋਰਟ ਵੀ ਨਹੀਂ ਖੜਦੇ ਇੱਕ ਸਰਕਾਰ ਮੂਹਰੇ। ਜੇ ਮੰਨ ਲਾ ਕੋਰਟ ਕੋਈ ਗਲਤ ਫੈਸਲਾ ਦਿੰਦਾ ਤਾਂ ਲਿਆਓ ਬਿੱਲ ਲਿਆ ਕੇ ਉਹਨੂੰ ਤੁਸੀਂ ਕਰ ਦਿਓ, ਉਹਨੂੰ ਸਮਝੌਤੇ ਰੱਦ ਕਰ ਸਕਦੇ ਹੋ ਤੁਸੀਂ। ਬਿੱਲ ਵੀ ਜੋ ਕੋਈ ਬਣਦਾ ਨਾ, ਜੇ ਉਹ ਲੋਕ ਹਿੱਤਾਂ ਨੂੰ ਢਾਹ ਲਾਉਂਦਾ ਬਿੱਲ ਹੋਵੇ ਨਾ, ਸੁਪਰੀਮ ਕੋਰਟ 'ਚ ਚੈਲੰਜ ਹੋ ਜਾਂਦਾ ਉਹ। ਇਸ ਕਰਕੇ ਇੱਥੇ ਜਦੋਂ ਤੁਸੀਂ ਸਮਝੌਤੇ ਕਰੋਗੇ ਲੋਕ ਹਿੱਤਾਂ ਨੂੰ ਢਾਹ ਲਾ ਕੇ, ਸਮਝੌਤਾ ਤਾਂ ਰੱਦ ਕਰਨਾ ਬਹੁਤ ਸੌਖਾ। SYL ਦਾ ਕਿਵੇਂ ਹੋ ਗਿਆ ਸੀਗਾ? ਕਿਉਂ ਉੱਥੇ ਕੋਈ ਐਡਾ ਇਹਨਾਂ ਨੇ ਉਹ ਨਹੀਂ ਸੀਗਾ, ਫਰਕ ਨਹੀਂ ਸੀ ਪੈਂਦਾ। ਇੱਥੇ ਇਹਨਾਂ ਦੀ ਜੇਬਾਂ 'ਚ ਜਾਂਦਾ। ਜੇ ਸਮਝੌਤੇ ਰੱਦ ਹੋਣੇ ਤਾਂ ਇਹਨਾਂ ਦੀ ਜੇਬਾਂ 'ਚ ਗਰਮ ਨਹੀਂ ਹੋਣੀਆਂ ਹੈਗੀਆਂ। ਗੱਲ ਇਹ ਹੈ ਵੀ ਇਹਨਾਂ ਨੂੰ ਆਪਣੀ ਜੇਬਾਂ ਦੀ ਚਿੰਤਾ, ਲੋਕਾਂ ਦੀ ਜੇਬਾਂ ਦੀ ਚਿੰਤਾ ਨਹੀਂ ਹੈਗੀ। ਜੇ ਲੋਕਾਂ ਦੀ ਜੇਬਾਂ ਦੀ ਚਿੰਤਾ ਹੋਵੇ, ਕੀ ਵਿਧਾਨ ਸਭਾ 'ਚ ਲਿਆਓ, ਮੇਰੇ ਖਿਆਲ ਅਕਾਲੀ ਦਲ ਆਪ ਅਸੀਂ ਸਾਰੇ ਸਮਰਥਨ ਕਰਾਂਗੇ, ਕਰੋ ਸਮਝੌਤੇ ਰੱਦ। ਬਿਜਲੀ ਕੰਪਨੀਆਂ ਦਾ ਤੀਜੇ ਦਿਨ ਕਹਿਣਗੇ ਨਹੀਂ ਜੀ ਨਹੀਂ, ਅਸੀਂ ਤਾਂ 4 ਰੁਪਏ ਨੂੰ ਯੂਨਿਟ ਦੇ ਦਿੰਦੇ, ਰਿਵਾਈਜ਼ ਕਰ ਲਓ ਤੁਸੀਂ। ਤੀਜੇ ਦਿਨ ਕਹਿਣਗੀਆਂ, ਪਰ ਜਦੋਂ ਤੁਸੀਂ ਬਾਂਹ ਨਹੀਂ ਮਰੋੜਨੀ ਬਿਜਲੀ ਕੰਪਨੀਆਂ ਦੀ। ਇਸ ਕਰਕੇ ਤੁਸੀਂ ਜਾ ਕੇ ਸੁਪਰੀਮ ਕੋਰਟ ਚਲੇ ਜਾਂਦੇ, ਐਡਵੋਕੇਟ ਜਨਰਲਾਂ ਪਰ ਛੱਡ ਦਿੰਦੇ, ਉਹ ਅਪੀਅਰ ਹੀ ਨਹੀਂ ਹੁੰਦੇ ਉੱਥੇ ਜਾ ਕੇ। ਇਹ ਚੀਜ਼ ਦੀ ਵੀ ਜਾਂਚ ਹੋਣੀ ਚਾਹੀਦੀ। ਮੈਂ ਤਾਂ ਕਹਿੰਦਾ ਪੂਰਾ ਵੀ ਇਹ ਪ੍ਰੋਸੈਸ ਚੱਲਿਆ ਕਿਉਂ ਹਾਰੇ ਕੇਸ ਅਸੀਂ। ਇਸ ਕਰਕੇ ਇਹ ਜਦੋਂ ਇਹ ਪਾਲਿਸੀਆਂ ਵੀ ਬਣਦੀਆਂ ਨਾ, ਜਿਵੇਂ ਹੁਣ ਕੋਲਾ ਹੈ, ਝਾੜਖੰਡ ਤੋਂ ਅਸੀਂ ਢੋਕੇ ਕਿਉਂ ਲਿਆਈਏ, ਉੱਥੇ ਕਿਉਂ ਨਹੀਂ ਅਸੀਂ ਜ਼ਮੀਨ ਲੈ ਕੇ ਉੱਥੇ ਕਿਉਂ ਪਾਵਰ ਪਲਾਂਟ ਲਾਏ ਅਸੀਂ। ਉੱਥੋਂ ਉਧਰਲੀ ਸਟੇਟਾਂ ਦਿੰਦੇ, ਸਾਨੂੰ ਇਧਰੋਂ ਮਿਲਦੀ ਬਿਜਲੀ ਸੈਂਟਰ ਪੂਲ 'ਚ ਦੇ ਦਿੰਦੇ, ਉੱਥੋਂ ਸਾਰੀ ਬਿਜਲੀ ਸੈਂਟਰ ਪੂਲ ਵਾਲੀ ਇਧਰੋਂ ਅਸੀਂ ਲੈ ਲੈਂਦੇ। ਇਹ ਨਾਲੇ ਦਾ ਪੋਲੂਟ ਹੋਣ ਤੇ ਬਚਦਾ ਪੰਜਾਬ। ਇਹ ਮਤਲਬ ਦਿਮਾਗ ਤਾਂ ਲਾਓ ਨਾ, ਜਦ ਤੁਸੀਂ ਕੋਈ ਸਮਝੌਤੇ ਕਰਨੇ, ਕੋਈ ਮਾੜੇ ਮੋਟੇ ਲੋਕ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਲਾਓ ਨਾ। ਬਰਾੜ ਸਾਹਿਬ, ਭਾਵੇਂ ਕਾਂਗਰਸ ਹੋਵੇ, ਭਾਵੇਂ ਆਮ ਆਦਮੀ ਪਾਰਟੀ ਹੋਵੇ, ਘੁੰਮ ਫਿਰ ਕੇ ਉੱਥੇ ਹੀ ਆ ਜਾਂਦੀ ਹੈ ਕਿ ਤੁਸੀਂ ਪਾਵਰ ਜਨਰੇਸ਼ਨ ਦੀ ਤਾਂ ਗੱਲ ਕਰ ਦਿੱਤੀ ਹੈ, ਪਰ ਉਹਦੇ ਪਿੱਛੇ ਨੁਕਸਾਨ ਕਿੰਨਾ ਹੋ ਰਿਹਾ ਇਹਨੂੰ ਧਿਆਨ 'ਚ ਨਹੀਂ ਰੱਖਿਆ ਸ਼ਾਇਦ। ਦੇਖੋ, ਇੱਕ ਗੱਲ ਹੈ, ਮੈਂ ਇਕਬਾਲ ਜੀ ਨੂੰ ਕਹੂੰਗਾ ਕਿ ਅੱਜ ਦੇ ਸਮੇਂ 'ਚ ਇਹ ਗੱਲ ਬਹੁਤ ਵਧੀਆ ਲੱਗਦੀ ਹੈ, ਇਹਨਾਂ ਦੇ ਮੂੰਹ ਸੁਣਨ ਵਾਲੇ ਸਰੋਤਿਆਂ ਨੂੰ ਵੀ ਚੰਗੀਆਂ ਲੱਗਦੀਆਂ ਹੋਣਗੀਆਂ। ਪਰ ਮੈਂ ਸਰੋਤਿਆਂ ਨੂੰ ਉਹ ਵੀ ਯਾਦ ਕਰਾ ਦਿਆਂ ਜਦੋਂ 24 ਘੰਟਿਆਂ 'ਚੋਂ 16 ਘੰਟੇ ਜਨਰੇਟਰ ਚੱਲਦੇ ਸੀ। ਇਸ ਕਰਕੇ ਉਸ ਸਮੇਂ ਜਿਹੜਾ ਕਿਸਮ ਦਾ ਪ੍ਰੈਸ਼ਰ ਸੀਗਾ, ਉਸੇ ਕਰਕੇ ਹੀ ਇਹ ਸਮਝ ਲਓ ਕੀਤੇ ਗਏ ਆ। ਇੱਕ ਦੂਜੀ ਮੈਂ ਬੇਨਤੀ ਇਹ ਕਰਦੇ ਆ, ਮੈਂ ਫੇਰ ਇੱਕ ਗੱਲ ਨੂੰ ਦੁਹਰਾਊਂਗਾ, ਜ਼ਿਆਦਾ ਜਿਹੜਾ ਹੈਗਾ ਇਹਦੇ 'ਚ ਕੁਝ ਗੱਲਾਂ ਕਰੀ ਚੱਲੀਏ, ਜ਼ਿਆਦਾ ਇਹਦੇ 'ਚ ਮਿਸਮੈਨੇਜਮੈਂਟ ਹੈ। ਮੈਂ ਹੁਣ ਦਿੱਲੀ ਵਾਲੀ ਸਰਕਾਰ ਦੀ ਇਹਨਾਂ ਨੇ ਅੰਕੜੇ ਦੇਤੇ ਆ, 22 ਲੱਖ ਨੂੰ ਵੀ ਅਸੀਂ ਬਿੱਲ ਨਹੀਂ ਭੇਜਿਆ। ਚਲੋ ਖੈਰ ਇਹਨਾਂ ਨੇ ਦਿੱਤੇ ਆ, ਸਹੀ ਹੋਣਗੇ, ਪਰ ਮੈਂ ਇਹਨਾਂ ਦੀ ਗੱਲ ਯਾਦ ਕਰਾ ਦਿਆਂ ਵੀ ਇਹਨਾਂ ਨੇ ਕਿਹਾ ਸੀ PPA ਰੱਦ ਕਰਾਂਗੇ, ਉਹ ਰੱਦ ਨਹੀਂ ਕੀਤੇ। ਹੋ ਸਕਦਾ ਮੈਨੇਜਮੈਂਟ ਚੰਗੀ ਕਰ ਲਈ ਹੋਵੇ ਜਾਂ ਸਬਸਿਡੀ ਵੱਧ ਦੇਤੀ ਹੋਵੇ, ਉੱਥੇ ਟੈਕਸ ਵੀ ਵੱਧ ਇਕੱਠੇ ਹੁੰਦੇ ਆ। ਗੱਲ ਮੁੱਕਦੀ ਉਸ ਗੱਲ ਤੇ ਹੈ ਕਿ ਸਰਕਾਰ ਨੇ ਜਿੱਥੇ ਕੋਈ ਕਟੌਤੀ ਕਰਨੀ ਹੈ ਉਹ ਤਾਂ ਕਰਦੇ ਨਹੀਂਗੇ। ਅੱਜ ਸਾਰੀਆਂ ਜੋ ਪਬਲਿਕ ਸੁਵਿਧਾਵਾਂ ਹੈ ਉਹਨਾਂ ਦੇ ਵਿੱਚ ਤਾਂ ਕਟੌਤੀ ਕਰੀ ਜਾਂਦੇ ਆ। ਕਿਧਰੇ ਸਕੂਲ ਬੰਦ, ਥਰਮਲ ਬੰਦ। ਜੇ ਬਿਜਲੀ ਮਹਿੰਗੀ ਪੈਂਦੀ ਸੀ ਫਿਰ ਸਰਕਾਰੀ ਥਰਮਲ ਪਲਾਂਟ ਕਿਉਂ ਬੰਦ ਕਰਦੇ ਹੋ? ਫਿਰ ਕੋਈ ਜੋ ਕਰਨਾ ਪਵੇ ਕਰ ਲਓ ਭਾਈ, ਕਾਨੂੰਨ ਕਹਿੰਦਾ ਜੋ ਕਰ ਲਿਓ। ਇਸ ਕਰਕੇ ਮੈਂ ਸਮਝਦਾ ਕਿ ਅੱਜ ਬੱਚਿਆਂ ਨੂੰ ਤਾਂ ਕਿਤਾਬਾਂ ਤੇ ਵਜ਼ੀਫੇ ਦੇਣ ਨੂੰ ਪੈਸੇ ਹੈ ਨਹੀਂਗੇ, ਬੱਚਿਆਂ ਲਈ ਤਾਂ ਤੁਸੀਂ ਟਾਈਮ ਸਿਰ ਜਿਹੜੀ ਵਰਦੀਆਂ ਤੱਕ ਨੂੰ ਦੇਣ ਨੂੰ ਪੈਸੇ ਹੈ ਨਹੀਂਗੇ, ਤੇ ਤੁਸੀਂ ਆ 26 ਸਲਾਹਕਾਰਾਂ ਦੀ ਫੌਜ ਰੱਖ ਕੇ ਤੇ ਉਧਰਲੇ ਪਾਸੇ ਲਟਾਉਣ ਲੱਗੇ ਹੋ। ਤੇ ਸਾਰੀ ਸਰਕਾਰ ਦਾ ਰੈਵਨਿਊ ਆ ਸਾਡੇ ਵੇਲੇ ਇੱਕ ਇਹ ਮੇਰੇ ਸਾਥੀ ਆਪ ਵਾਲੇ ਵੀ ਬੈਠੇ, ਇਹਨਾਂ ਨੇ ਵੀ ਬੜਾ ਰੌਲਾ ਪਾਇਆ ਸੀ ਕਿ ਜਿਹੜਾ ਜੀ ਇਹ ਸੈਂਡ ਮਾਫੀਆ ਹੈ। ਤੇ ਮੈਂ ਇੱਕ ਬੇਨਤੀ ਕਰਦੇ ਆ, ਸਾਡੇ ਵੇਲੇ 16-17 ਚ 102 ਕਰੋੜ ਰੁਪਏ ਜਮ੍ਹਾਂ ਹੋਏ ਅਖੀਰਲੇ ਸਾਲ ਚ, ਤੇ ਉਸ ਤੋਂ ਬਾਅਦ ਵਧਣਾ ਚਾਹੀਦਾ ਸੀ ਨਾ। ਅਗਲੇ ਸਾਲ ਪਹਿਲੇ ਸਾਲ ਘਟਾ ਕੇ 98 ਕਰਤੇ, ਦੂਜੇ ਸਾਲ 38 ਕਰੋੜ ਕਰਤੇ, ਤੇ ਹੁਣ ਕੁੱਲ 70 ਕਰੋੜ ਜਮ੍ਹਾਂ ਕਰਾਇਆ। ਇਸ ਕਰਕੇ ਕਦੇ ਰੈਵਨਿਊ ਘਟਿਆ ਥੋੜੀ ਹੈ, ਮਹਿੰਗਾਈ ਤਾਂ ਦਿਨੋਂ ਦਿਨ ਵਧੀ ਜਾਂਦੀ ਹੈ। ਤੁਸੀਂ ਰੇਤੇ ਬਜਰੀ ਦੀ ਗੱਲ ਕਰ ਲਓ, 3 ਗੁਣਾ ਰੇਟ ਹੈ। ਹੋ ਸਕਦਾ ਰੇਤਾ ਸਸਤਾ ਕਰਤਾ ਹੋਵੇ, ਰੇਤਾ ਬਜਰੀ ਸਸਤੀ ਕਰਤੀ ਹੋਵੇ, ਇਸ ਕਰਕੇ ਮਾਲੀਆ ਘੱਟ ਪੰਜਾਬ ਦੇ ਲੋਕ ਜਾਣਦੇ ਆ ਨਾ। ਅੱਛਾ, ਦੂਜੀ ਬੇਨਤੀ ਕਰਦੇ, ਤੁਸੀਂ ਸ਼ਰਾਬ ਦੀ ਗੱਲ ਕੀਤੀ ਹੈ, ਸ਼ਰਾਬ ਦੇ 2.5 ਗੁਣਾ ਰੇਟ ਹੈ। ਇਸੇ ਕਰਕੇ ਹੀ ਦੂਜੇ ਪਾਸੋਂ ਲਿਆ ਕੇ ਉਹ ਹੋਮ ਡਿਲੀਵਰੀ ਵਾਲੀ ਜਿਹੜੀ ਗੱਲ ਚੱਲੀ, ਉਹ ਐਵੇਂ ਨਹੀਂ। ਜੇ ਕਿਤੇ ਉੱਥੇ ਸਕੂਟਰ ਤੇ ਰੱਖ ਕੇ ਲਿਆ ਕੇ ਵੀ, ਪਰਸੋਂ ਚ ਉੱਥੇ ਮੈਨੂੰ ਇੱਕ ਬੰਦਾ ਗੱਲ ਦੱਸੇ, ਕਹਿੰਦਾ ਯਾਰ ਸਾਡੇ ਤਾਂ ਪਿੰਡ 'ਚ ਕੋਈ ਦਿਹਾੜੀ ਜਾਣ ਵਾਲਾ ਹੀ ਨਹੀਂ ਬਚਿਆ। ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਸਕੂਟਰ ਤੇ 2 ਜਣੇ ਬੈਠਦੇ ਆ, ਡੱਬਾ ਲਿਆ ਕੇ ਸਵੇਰੇ ਇੱਕ ਦਿਨ ਪਹਿਲਾਂ ਆਰਡਰ ਪੱਕੇ ਲੱਗੇ ਹੋਏ ਆ, ਹਰ ਰੋਜ਼ ਕਹਿੰਦਾ ਇੱਕ ਇੱਕ ਵੰਡ ਕੇ, ਤੇ ਕਹਿੰਦਾ ਆਰਾਮ ਨਾਲ 2 ਜਣੇ ਵਧੀਆ ਦਿਹਾੜੀ ਕਮਾ ਕੇ 600 ਤੇ ਹੋ ਜਾਂਦੇ ਆ। ਇਸ ਕਰਕੇ ਆਹ ਤੇ ਹਾਲਾਤ ਬਣੇ ਹੋਏ ਆ ਪਿੰਡ ਦੇ ਵਿੱਚ। ਜੇ ਮੰਨ ਲਓ ਤੁਸੀਂ ਕਿੰਨੀ ਸ਼ਰਾਬ ਵਿਕੀ ਜਾਂਦੀ ਹੈ, ਤੇ ਉਹ ਸਾਰੀ 2 ਨੰਬਰ ਦੀ। ਔਰ ਠੇਕੇਦਾਰਾਂ ਨੇ ਵੀ ਵਿਕਾਉਣੀ ਸ਼ੁਰੂ ਕਰਤੀ 2 ਨੰਬਰ ਦੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਨੂੰ ਸਰਕਾਰ ਨੂੰ ਦਿੱਤੇ ਤੋਂ ਬਿਨਾ
ਜੇ ਸਰਕਾਰ ਰੋਕਦੀ ਨਹੀਂ ਆਪਦੇ ਬੰਦਿਆਂ ਨੂੰ ਤੇ ਅਸੀਂ ਵੀ 2 ਨੰਬਰ ਦੀ ਵੇਚ ਕੇ ਹੀ ਆਪਦਾ ਕੋਟਾ ਪੂਰਾ ਕਰ ਲਈਏ, ਅਸੀਂ ਕਾਹਨੂੰ ਸਰਕਾਰ ਨੂੰ ਟੈਕਸ ਦੇਣਾ? ਇਹ ਹਾਲਾਤ ਹੈਗੇ ਇੱਥੇ ਚੋਰ ਮੋਰੀਆਂ ਨੇ ਜਿਹੜੀਆਂ ਉਹ ਰੁਕਦੀਆਂ ਨੇ। ਹਾਂਜੀ ਜੀ ਜੀ ਜਲਦੀ। ਬਿਲਕੁਲ ਰੈਵਨਿਊ ਸਟੇਟ ਨੂੰ ਚਾਹੀਦਾ ਆ। ਮਨਪ੍ਰੀਤ ਬਾਦਲ ਬਾਰ-ਬਾਰ ਭਾਂਡਾ ਖਾਲੀ ਦਿਖਾ ਦਿੰਦੇ ਆ, ਰੌਲਾ ਬਹੁਤ ਪਾਉਂਦੇ ਆ, ਪਰ ਜਿੱਥੋਂ ਪੈਸਾ ਬਣਨਾ ਉਧਰ ਨੂੰ ਕੋਈ ਧਿਆਨ ਦਿੰਦਾ ਨਹੀਂ ਹੈਗਾ। ਇਹ ਰੇਤਾ ਬਜਰੀ ਦਾ ਹੀ ਜਦੋਂ ਨਵਜੋਤ ਸਿੱਧੂ ਨੇ ਇਹ ਰਿਪੋਰਟ ਦਿੱਤੀ ਸੀ ਵੀ ਆਪਾਂ ਇਹਨੂੰ ਆਪਣੇ ਹੱਥ 'ਚ ਕਰ ਲੈਂਦੇ ਹਾਂ, ਸਰਕਾਰ ਲੈ ਲੇ, ਕੋਈ ਵੱਡੀ ਗੱਲ ਨਹੀਂ ਹੈਗੀ। ਆਪ ਆਕਸ਼ਨ ਕਰਦੇ ਹੀ ਕਿਉਂ ਆ? ਉਹ ਆਪ ਵੇਚਣ, ਨਾਲੇ ਪਤਾ ਲੱਗ ਜੂਗਾ, ਨਾਲੇ ਤੁਹਾਡਾ এনवायरमेंट ਬਚਿਆ ਰਹੂ, ਨਾਲੇ ਜਿਹੜੇ ਪੈਸੇ ਆਉਣਗੇ ਮੇਰੇ ਮੁਤਾਬਕ ਉਹ 30-40% ਤੇ ਉਸ ਏਰੀਏ 'ਚ ਲੱਗਣੇ ਚਾਹੀਦੇ ਜਿੱਥੇ ਤਬਾਹੀ ਮੱਚਦੀ ਹੈ। ਬਿਲਕੁਲ, ਉਹਨਾਂ ਲੋਕਾਂ ਨੂੰ ਕੀ ਫਾਇਦਾ ਭਈ? ਉਹਨਾਂ ਦਾ ਪਹਿਲਾ ਹੱਕ ਹੋਣਾ ਚਾਹੀਦਾ ਜਿੱਥੋਂ ਰੇਤਾ ਬਜਰੀ ਕੱਢਿਆ ਜਾਂਦਾ, ਉਹ ਵੀ ਸਾਰਾ ਸਿਸਟਮ ਹੋ ਸਕਦਾ। ਇਸੇ ਤਰ੍ਹਾਂ ਹੀ ਦਾਰੂ ਦਾ, ਇਹ ਤਾਮਿਲਨਾਡੂ, ਕੇਰਲਾ, ਹੋਰ ਉਹਨਾਂ ਸਾਰੇ ਦਾ ਸਾਰਾ ਰਿਟੇਲ ਵੀ ਸਰਕਾਰ ਦੇ ਹੱਥ ਵਿੱਚ ਹੈਗਾ। ਇਹ ਕਿਉਂ ਨਹੀਂ ਤੁਸੀਂ ਆਪਣੇ ਹੱਥ ਵਿੱਚ ਲੈਂਦੇ? ਨਾਲੇ ਆ ਜਿਹੜੀ ਗੱਲ ਬਰਾੜ ਸਾਹਿਬ ਕਹਿੰਦੇ ਉਹ ਸਾਰੀ ਫਿਰ ਜਵਾਬਦੇਹੀ ਹੋਊਗੀ ਕਿ ਇਹ ਦਾਰੂ ਕਿੱਥੋਂ ਆ ਰਹੀ ਆ ਬਈ, ਜਦੋਂ ਸਾਰਾ ਸਰਕਾਰ ਨੇ ਖੁਦ ਵੇਚਣੀ ਹੈ ਤੇ ਬਾਹਰੋਂ ਨਜਾਇਜ਼ ਦਾਰੂ ਕਿੱਥੋਂ ਵਿਕ ਰਹੀ ਆ? ਇਸੇ ਤਰੀਕੇ ਨਾਲ ਟੂਰਿਜ਼ਮ ਜਿਹੜਾ ਜੀ, ਕਈ ਪ੍ਰਪੋਜ਼ਲਾਂ ਗਈਆਂ, ਕਈ ਕੁਝ ਗਈਆਂ। ਪੰਜਾਬ ਦੀ ਇੱਕ ਬਹੁਤ ਵੱਡੀ, ਜਿਵੇਂ ਪ੍ਰਭਜੋਤ ਜੀ ਕਹਿ ਰਹੇ ਸੀ ਨਾ ਕਿ ਐਗਰੋ ਬੇਸਡ ਇੰਡਸਟਰੀ ਚਾਹੀਦੀ ਹੈ ਸਾਨੂੰ, ਉਹ ਠੀਕ ਹੈ ਗੱਲ। ਟੂਰਿਜ਼ਮ ਦਾ ਸਾਡਾ ਇੱਕ ਬਹੁਤ ਵੱਡਾ ਸਕੋਪ, ਉਹਦਾ ਕਾਰਨ ਇਹ ਹੈਗਾ ਸਾਡੇ ਕੋਲ ਇੱਕ ਕੰਢੀ ਦਾ ਏਰੀਆ ਇੰਨਾ ਸੋਹਣਾ ਬਿਊਟੀਫੁਲ ਔਰ ਇੰਨੀਆਂ ਵਧੀਆ ਰੋਡਸ, ਆਨੰਦਪੁਰ ਸਾਹਿਬ ਨੂੰ ਜਾਓ ਆਨੰਦ ਆ ਜਾਂਦਾ। ਉਹ ਸਾਰੇ ਦਾ ਸਾਰਾ ਬਹੁਤ ਸੋਹਣਾ ਡਿਵੈਲਪ ਕੀਤਾ ਜਾ ਸਕਦਾ। ਸਾਰੇ ਦੁਨੀਆ ਦੇ ਲੋਕ ਤੁਹਾਨੂੰ ਹਾਰਡ ਕਰੰਸੀ ਡਾਲਰ ਯੂਰੋ ਦੇ ਕੇ ਜਾਣਗੇ, ਨਾਲੇ ਤੁਹਾਡੀ ਮਹਿਮਾ ਕਰਨਗੇ, ਨਾਲੇ ਤੁਹਾਡੇ ਗੁਣ ਗਾਉਣਗੇ ਕਿ ਇਹੋ ਜਿਹੀ ਬਰਾਦਰੀ ਕੋਈ ਬੈਠੀ ਆ ਜਿਹੜੀ ਮੁਫਤ ਰੋਟੀ ਪਾਣੀ ਖਵਾਉਂਦੀ ਆ ਤੇ ਸਰਾਂਜ ਮੁਫਤ ਰੱਖਦੀ ਵੀ ਹੈਗੀ ਆ। ਮਤਲਬ ਤੁਹਾਡੇ ਟੈਕਸੀ ਵਾਲਿਆਂ ਨੂੰ, ਹੋਰ ਨਾਲ ਬਹੁਤ, ਇਹ ਕੋਈ ਪਲੈਨਿੰਗ ਨਹੀਂ ਹੈਗੀ ਪੈਸੇ ਇਕੱਠੇ ਕਰਨ ਦੀ। ਸਾਰੇ ਬੈਠੇ ਵਿਹਲੜ ਉੱਥੇ ਇਹੋ ਹੀ 24 ਘੰਟੇ ਸੋਚਦੇ ਆ ਕਿ ਹਰ ਚੀਜ਼ ਦੇ ਵਿੱਚ ਪੋਲਿਟਿਕਸ ਕਿਵੇਂ ਘੁਸੇ ਤਾਂ ਕਿ ਅਸੀਂ ਉਸ ਨੂੰ ਅਲਟੀਮੇਟਲੀ ਉਹਦੀ ਟਿਬਰੀ ਮਰੋੜ ਕੇ ਵੋਟਾਂ 'ਚ ਕਿਵੇਂ ਕਨਵਰਟ ਕਰੀਏ। ਲੈ ਸਾਰੀ ਮਸ਼ੀਨ ਇਸ ਗੱਲ ਤੇ ਲੱਗੀ ਰਹਿੰਦੀ ਹੈ ਕਿ ਲੋਕਾਂ ਦੀ ਭਾਵੇਂ ਅਰਥ ਵਿਵਸਥਾ ਆ, ਭਾਵੇਂ ਸਿਹਤ ਆ, ਭਾਵੇਂ ਹੋਰ ਆ, ਸਾਰੀ ਜਗ੍ਹਾ ਆਪਣੇ ਹੱਥ ਵਾੜ ਲੈਂਦੇ ਰਾਜਨੀਤਿਕ ਲੋਕ। ਉੱਥੋਂ ਫਿਰ ਖਿੱਚ ਕੇ ਤੇ ਜਿਹੜੇ ਬਾਅਦ ਵਿੱਚ ਜਿਹੜਾ ਉਹਨੂੰ ਸਿਰਫ ਤੇ ਸਿਰਫ ਜਿਹੜੀਆਂ ਵੋਟਾਂ ਦੇ ਵਿੱਚ ਕਨਵਰਟ ਕਰਦੇ। ਇਹ ਮਾੜੀ ਗੱਲ ਹੈ, ਮਾੜੀ ਗੱਲ ਹੈ। ਔਰ ਵੱਡੀ ਗੱਲ ਇਹ ਹੈ ਕਿ ਜਿਹੜੀ ਚੀਜ਼ ਦਾ ਤੁਸੀਂ ਭਾਅ ਵਧਾਓ ਉਹਦਾ ਡਾਇਰੈਕਟ ਸੰਬੰਧ ਜਦੋਂ ਆਮ ਲੋਕਾਂ ਦੇ ਨਾਲ ਜੁੜਿਆ ਹੋਵੇ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਤੁਹਾਨੂੰ ਬਿਜਲੀ ਤਾਂ ਚਾਹੀਦੀ ਹੈ। ਤੁਹਾਨੂੰ ਘਰ ਦੇ ਵਿੱਚ ਲਾਈਟਾਂ ਵੀ ਚਲਾਉਣੀਆਂ ਨੇ, ਸਰਦੀਆਂ 'ਚ ਭਾਵੇਂ ਤੁਸੀਂ ਗੀਜ਼ਰ ਬੰਦ ਰੱਖ ਕੇ ਠੰਡੇ ਨਾਲ ਨਹਾਉਣ ਦੀ ਕੋਸ਼ਿਸ਼ ਕਰੋ ਜਦੋਂ ਅਜਿਹੇ ਰੇਟ ਵੱਧਦੇ ਨੇ, ਪਰ ਕਿੰਨੀ ਕੁ ਦੇਰ ਕਰ ਲਓਗੇ? ਇਹ ਸਾਰੇ ਖਰਚੇ ਕਿਸੇ ਨਾ ਕਿਸੇ ਤਰੀਕੇ ਨਾਲ ਪੈਂਦੇ ਹੀ ਨੇ। ਮੈਂ ਇੱਕ ਗੱਲ ਮਨਜੀਤ ਦੀ ਅੱਗੇ ਵਧਾ ਦਿਆਂ, ਇਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ। ਦੇਖੋ, ਨਵਜੋਤ ਸਿੰਘ ਸਿੱਧੂ ਸਾਹਿਬ ਦੀ ਇੱਕ ਪਾਸੇ ਤਾਰੀਫ ਕਰਕੇ ਮੈਂ ਦੂਜੀ ਗੱਲ ਵੀ ਦੱਸ ਦਿਆਂ ਕਿ ਵਿਰਾਸਤੇ ਖਾਲਸਾ ਬਣਿਆ। ਮੈਂ ਟੂਰਿਜ਼ਮ ਦੀ ਗੱਲ ਨੂੰ ਅੱਗੇ ਵਧਾਉਣਾ। ਵਿਰਾਸਤੇ ਖਾਲਸਾ ਬਣਿਆ, ਉਸ ਵੇਲੇ ਤਾਂ ਚਿੱਟਾ ਹਾਥੀ ਕਿਹਾ, ਹੁਣ ਸਰਕਾਰ ਨੇ 3 ਅਵਾਰਡ ਲੈ ਲਏ। ਇਹਦੀ ਗੱਲ ਛੱਡ ਦਿਓ, ਜੰਗੇ ਆਜ਼ਾਦੀ ਕਹਿ ਲਓ, ਜਾਂ ਜਿਹੜਾ ਸਾਡਾ ਅੰਮ੍ਰਿਤਸਰ ਦੇ ਵਿੱਚ ਕਿੰਨਾ ਵਧੀਆ ਸਾਰਾ ਕੁਝ ਬਣਿਆ ਉਹਦਾ ਲੈ ਲਓ। ਜੇ ਉਸ ਚੀਜ਼ ਨੂੰ ਵਧਾ ਕੇ ਅਸੀਂ ਫਿਰੋਜ਼ਪੁਰ ਤੱਕ ਲਿਜਾਣਾ ਚਾਹੁੰਦੇ ਸੀ, ਜਿਹੜਾ ਹਰੀਕੇ ਪੱਤਨ ਵਾਲੀ ਬੱਸ ਬੰਦ ਕਰਤੀ ਈਗੋ ਚ ਆ ਕੇ, ਉੱਥੋਂ ਪਹਿਲਾਂ ਹਰੀਕੇ ਪੱਤਨ ਸੀ ਤੇ ਫਿਰ ਜਿਹੜੀ ਸ਼ਹੀਦ ਆਜਮ ਭਗਤ ਸਿੰਘ ਦੀ ਜਿਹੜੀ ਸਮਾਧੀ ਹੈ ਉੱਥੋਂ ਤੱਕ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਸੀ ਵੀ ਇੱਕ ਦਿਹਾੜੀ ਕੋਈ ਟੂਰਿਸਟ ਆਉਂਦਾ ਤੇ ਇੱਧਰ ਲਾਵੇ, 2 ਦਿਹਾੜੀਆਂ ਅੰਮ੍ਰਿਤਸਰ ਲਾਵੇ, ਤੀਜੀ ਜਲੰਧਰ ਲਾਵੇ, ਚੌਥੀ ਸਾਡੇ ਵਿਰਾਸਤੇ ਖਾਲਸਾ ਲਾਵੇ। ਤੇ ਆਫਟਰ ਆਲ ਇਹਨਾਂ ਦੀ ਗੱਲ ਠੀਕ ਹੈ, ਡਾਲਰ ਵਾਲਾ ਪੈਸਾ ਜਦੋਂ ਰੁਪਈਆਂ 'ਚ ਕਨਵਰਟ ਹੋ ਕੇ ਪੰਜਾਬ ਦੇ ਵਿੱਚ ਖਰਚਾ ਜਾਣਾ ਤਾਂ ਸਭ ਨੂੰ ਹੀ ਫਾਇਦਾ ਹੋਣਾ ਸੀ। ਚਾਹ ਵਾਲੇ ਨੂੰ, ਰਿਕਸ਼ੇ ਵਾਲੇ ਨੂੰ, ਟੈਕਸੀ ਵਾਲੇ ਨੂੰ, ਹੋਟਲ ਵਾਲੇ ਨੂੰ, ਸਾਰਿਆਂ ਨੂੰ ਹੋਣਾ ਸੀਗਾ। ਇਸ ਕਰਕੇ ਬਹੁਤ ਕੁਝ ਪਲਾਨ ਕੀਤਾ। ਮੁੱਕਦੀ ਗੱਲ ਇਹ ਹੈ ਕਿ ਮਾਲੀਆ ਕਮਾਉਣ ਦੇ ਸਾਧਨ ਬੜੇ ਹੁੰਦੇ ਨੇ। ਸਾਧਨ ਸਿਰਫ ਇਹ ਨਹੀਂ ਹੁੰਦਾ ਕਿ ਲੋਕਾਂ ਤੇ ਬੋਝ ਪਾ ਦਿਓ, ਲੋਕਾਂ ਤੇ ਟੈਕਸ ਲਗਾ ਦਿਓ, ਜਿਹੜੀਆਂ ਚੀਜ਼ਾਂ ਮਿਲ ਰਹੀਆਂ ਨੇ ਉਹਨਾਂ ਦੇ ਰੇਟ ਵਧਾ ਦਿਓ। ਸਾਧਨ ਹੋਰ ਵੀ ਕੁਝ ਹੋ ਸਕਦੇ ਨੇ। ਅਗਰਵਾਲ ਸਾਹਿਬ ਜਲਦੀ ਚ ਦੱਸੋ, ਕੁਝ ਕਹਿਣਾ ਚਾਹੁੰਦੇ? ਹਾਂ, ਮੈਂ ਇਹ ਕਹਿਣਾ ਚਾਹੁੰਦਾ ਸੀਗਾ, ਮੈਨੂੰ ਇਹਨਾਂ ਵੱਲੋਂ ਇੱਕ ਖਿਆਲ ਆਇਆ ਕਿ ਬਈ ਜੇ ਇੱਥੇ ਉਹ ਰਾ ਮਟੀਰੀਅਲ ਵਰਤੇ ਜਾਣ। ਅਸੀਂ ਬਾਰ-ਬਾਰ ਸਰਕਾਰ ਨੂੰ ਕਹਿੰਦੇ ਆ ਕਿ ਕੋਈ ਵੀ ਤੁਸੀਂ ਇਸ ਤਰ੍ਹਾਂ ਦੀ ਪਾਲਿਸੀ ਲੈ ਕੇ ਆਓ ਜਿੱਥੇ ਕਿ ਐਗਰੋ ਪ੍ਰੋਡਿਊਸ ਦੀ ਡਾਊਨ ਸਟ੍ਰੀਮ ਪ੍ਰੋਸੈਸਿੰਗ ਹੋ ਸਕੇ। ਮੈਂ ਤੁਹਾਨੂੰ ਇਹ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ, ਜਦੋਂ ਵੀ ਕੋਈ ਸਨਅਤ ਲੱਗਦੀ ਆ, ਉਹ ਸਨਅਤ ਲੱਗਦੀ ਆ ਮਾਰਕੀਟ ਕੰਪੀਟੀਸ਼ਨ ਦੀਆਂ ਫੋਰਸਿਸ ਨੂੰ, ਤੇ ਮਾਰਕੀਟ ਕੰਪੀਟੀਸ਼ਨ ਦੀਆਂ ਜਿੰਨੀਆਂ ਵੀ ਫੋਰਸਿਸ ਹੁੰਦੀਆਂ ਉਹਨੂੰ ਕੋਈ ਬ੍ਰੇਕ ਕਰ ਸਕਦਾ ਤੇ ਸਿਰਫ ਸਰਕਾਰ ਦੀ ਪਾਲਿਸੀ ਬ੍ਰੇਕ ਕਰ ਸਕਦੀ ਹੈ। ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾ ਦਿੰਦਾ ਜੀ, ਮੈਂ ਕਿਉਂਕਿ ਟਾਈਮ ਇਹਨਾਂ ਕੋਲ ਥੋੜਾ ਹੋਣਾ, ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾ ਦਿੰਦਾ। ਦੇਖੋ, ਪ੍ਰਾਈਵੇਟ ਕੋਈ ਜ਼ਰੂਰਤ ਨਹੀਂ ਕਰ ਸਕਦਾਗਾ। ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਹੜੇ 3 ਮੈਗਾ ਫੂਡ ਪਾਰਕ ਚਲਾਏ, ਉਹਨਾਂ ਚੋਂ ਕਪੂਰਥਲੇ ਦਾ ਕੱਲਾ ਮੱਕੀ ਦਾ ਯੂਨਿਟ ਚੱਲਿਆ, ਹਲੇ ਬਾਕੀ ਦੇ ਤਾਂ ਚੱਲਣਾ ਹੈ। ਤੇ ਤੁਸੀਂ ਅੰਦਾਜ਼ਾ ਲਾਓ, ਪਰਸੋਂ ਚੌਥੇ ਮੈਨੂੰ ਕੋਈ ਆੜਤੀਆ ਉਸ ਪਾਸੇ ਦਾ ਬੈਠਾ ਸੀ, ਉਹ ਕਹਿੰਦਾ ਜੀ 1 ਲੱਖ ਰੁਪਈਆ ਮੱਕੀ ਦਾ ਕਿਸਾਨਾਂ ਨੂੰ ਇਸ ਵਾਰੀ ਵਟਿਆ ਗਿਆ, ਕਿਉਂਕਿ ਜਿੰਨੀ ਬੀਜੀ
ਪੀਡੀਸੀ ਸਿਕਿਉਰ ਹੋਊਗੀ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਜੁੜੇ ਰਹਿਣ ਦੇ ਲਈ, ਕਿਉਂਕਿ ਇਹ ਮੁੱਦਾ ਅਜਿਹਾ ਮੁੱਦਾ ਜਿਹੜਾ ਸਾਡੇ ਨਾਲ ਵੀ ਜੁੜਿਆ ਹੋਇਆ, ਇੱਥੇ ਮਹਿਮਾਨਾਂ ਦੇ ਨਾਲ ਵੀ ਜੁੜਿਆ ਹੋਇਆ। ਭਾਵੇਂ ਇੰਡਸਟਰੀਲਿਸਟ ਨੇ, ਭਾਵੇਂ ਉਹ ਕਰਦੇ ਨੇ, ਇੰਡਸਟਰੀ ਨੂੰ ਤਾਂ ਦੋਹਰੀ ਮਾਰ ਪੈ ਜਾਂਦੀ ਹੈ, ਉਹਨੇ ਇੰਡਸਟਰੀ ਦਾ ਵੀ ਭਰਨਾ ਤੇ ਘਰ ਦਾ ਬਿੱਲ ਵੀ ਦੁੱਗਣਾ ਭਰਨਾ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਜੇ ਸਟੇਟ ਦੇ ਉੱਤੇ ਕੋਈ ਵਿਪਤਾ ਆਈ ਹੈ ਤਾਂ ਉਹਦੀ ਵਿਪਤਾ ਦਾ ਸਾਰਾ ਠੀਕਰਾ ਜਨਤਾ ਦੇ ਸਿਰ ਨਾ ਭੰਨਿਆ ਜਾਵੇ। ਤੁਸੀਂ ਮੈਨੇਜਮੈਂਟ ਕਰਕੇ ਚੋਰ ਮੋਰੀਆਂ ਰੋਕ ਕੇ ਵੀ ਆਪਣਾ ਮਾਲੀਆ ਕਾਇਮ ਕਰ ਸਕਦੇ ਹੋ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।